ਮੁੱਖ ਮੰਤਰੀ ਸਾਹਿਬ ਕੋਲੇ ਫਿਲਮਾਂ ਦੇ ਪ੍ਰੀਮੀਅਰ ਵੇਖਣ ਦਾ ਟਾਈਮ ਹੈਗਾ, ਪਰ ਇਸ ਜਿਹੜੀ ਪ੍ਰੋਬਲਮ ਨੂੰ ਹੱਲ ਕਰਨ ਲਈ ਸਾਡੇ ਨਾਲ ਬੈਠਣ ਦਾ ਟਾਈਮ ਹੀ ਨਹੀਂ ਹੈਗਾ ਉਹਨਾਂ ਕੋਲੇ। ਜੋ ਮੈਂ ਬੱਚਿਆਂ ਨੂੰ ਦੱਸਿਆ ਉਹ ਸੱਚ ਦੱਸਿਆ, ਬਿਲਕੁਲ। ਸਾਡੇ ਤੇ ਲਾਠੀ ਚਾਰਜ ਹੋਇਆ, ਅਸੀਂ ਕੋਈ ਭੀਖ ਥੋੜਾ ਮੰਗਦੇ ਇਹਨਾਂ ਤੋਂ, ਆਪਦੇ ਹੱਕ ਮੰਗ ਰਹੇ ਹਾਂਗੇ। ਟੈਂਕੀਆਂ ਉਤਾਰ ਕੇ ਤੁਹਾਨੂੰ ਕਹਿੰਦੇ ਸੀ ਵੀ ਅਸੀਂ ਪੱਕੇ ਕਰਾਂਗੇ, ਪੱਕੇ ਦੇ ਨਾਂ ਤੇ ਹੁਣ ਜੇ ਕਿ ਅਸੀਂ ਆਵਾਜ਼ ਉਠਾਉਂਦੇ ਉਹਨੂੰ ਤੁਸੀਂ ਉਲਟੇ ਨੋਟਿਸ ਕੱਢ ਰਹੇ ਹੋ, ਇਹ ਕਿੱਥੋਂ ਦਾ ਇਨਸਾਫ ਹੈ? ਸਰਕਾਰ ਕਹਿੰਦੀ ਇੱਕ ਪਾਸੇ ਸਰਕਾਰੀ ਨੌਕਰੀ ਕਰਦੇ ਹੋ, ਦੂਜੇ ਪਾਸੇ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਣੇ, ਇਹ ਕਹਿੰਦੀ ਹੈ ਸਰਕਾਰ। ਬਿਲਕੁਲ ਲਾਵਾਂਗੇ। ਸਰਕਾਰ ਬਣਾਈ ਕਿਨੇ? ਲੋਕਾਂ ਨੇ ਬਣਾਈ ਹੈ, ਅਸੀਂ ਵੋਟਾਂ ਪਾਈਆਂ ਨੇਗੀਆਂ। ਸਾਨੂੰ ਮੈਨੂੰ ਲੱਗਦਾ ਘੱਟੋ ਘੱਟ 10 ਵਾਰੀ ਸਾਨੂੰ ਪੱਕੇ ਕਰ ਚੁੱਕੇ ਨੇ। ਸਾਨੂੰ ਤਾਂ ਇਹ ਲੱਗਦਾ ਵੀ ਅਸੀਂ ਕੋਈ ਧਰਤੀ 'ਚ ਟੋਆ ਪੁੱਟਦੇ ਤੇ ਅਸੀਂ ਉਹਦੇ ਵਿੱਚ ਭਸਮ ਹੋ ਜਾਈਏ। ਫਿਰ ਸਾਡੇ ਕੋਲੇ ਮੈਂ ਕਹਿੰਦੀ ਆ ਜਾਂ ਤਾਂ ਸਾਡੇ ਕੋਲੇ ਸਲਫਾਸਾਂ ਨੇ ਜਾਂ ਫਿਰ ਮੈਂ ਕਹਿੰਦੀ ਆ ਸਾਰੇ ਅਸੀਂ ਤਾਂ ਇਕੱਠੇ ਅਸਤੀਫਾ ਲੈ ਲੈਣ ਸਾਡੇ ਕੋਲ। ਪਤਾ ਨਹੀਂ ਜੀ, ਹੁਣ ਪਤਾ ਨਹੀਂ ਤਾਂ ਦਰਦ ਨਹੀਂ ਹੈਗਾ ਉਹਨਾਂ ਨੂੰ ਕੋਈ। ਸਰਕਾਰ 'ਚ ਜਦੋਂ ਬੰਦਾ ਹੁੰਦਾਗਾ ਉਦੋਂ ਸ਼ਾਇਦ ਕੋਈ ਧੌਣ 'ਚ ਕੀਲਾ ਵੀ ਆ ਜਾਂਦਾ ਹੋਵੇ। ਹੁਣ ਤੁਹਾਡਾ ਕੀ ਕਸੂਰ ਹੈ ਵੀ ਤੁਹਾਡਾ ਜ਼ਿਲ੍ਹਾ ਸੰਗਰੂਰ ਹੈ ਵੀ ਤੁਹਾਡੇ ਉੱਥੇ ਕੁੱਟ ਪੈ? ਸਾਡਾ ਕਸੂਰ ਇਹ ਹੈ ਕਿ 18 ਸਾਲਾਂ ਤੋਂ ਅਸੀਂ ਉਹਨਾਂ ਸਕੂਲਾਂ ਨੂੰ ਚਲਾਇਆ ਜਿਨ੍ਹਾਂ ਨੂੰ ਜਿੰਦੇ ਲੱਗੇ ਹੋਏ ਸੀਗੇ। ਛੋਟੇ ਹਾਥੀ ਤੇ ਆਉਂਦੇ ਹੁੰਦੇ ਸੀ, ਅਸੀਂ ਆਪਣੇ ਹੱਥਾਂ ਨਾਲ 2500 ਰੁਪਈਆ ਪਿੰਡ ਆਉਂਦਿਆਂ ਨੂੰ ਫੰਡ ਫੜਾਇਆ ਹੋਇਆ, ਜਿਹੜਾ ਇਹਨਾਂ ਨੇ ਜੇਬਾਂ 'ਚ ਪਾਇਆ ਹੋਇਆ। ਅਸੀਂ ਪਾਰਟੀ ਸਟੈਂਡ ਕੀਤੀ ਆ। ਜੇ ਸਰਕਾਰ ਨੂੰ ਇੰਨਾ ਹੀ ਦੁੱਖ ਦਰਦ ਹੈ ਤਾਂ ਸਰਕਾਰ ਸਾਡਾ ਹੱਲ ਕਰੇ, ਨਾ ਸਾਡੇ ਤੇ ਡਾਂਗਾ ਵਰਾਉਣ। ਤੇ ਸਾਨੂੰ ਕੀ ਲੋੜ ਹੈ ਕੁਝ ਕਰਨ ਦੀ? ਆਪਣਾ ਸੀਐਮ ਸਾਹਿਬ ਹੈ ਜੀ, ਉਹ ਬਸ ਫਿਰਨ ਤੁਰਨ ਤੇ ਵਾਹ ਬਾਲੀ ਖੱਟੀ ਹੋਈ ਹੈਗੀ, ਪਰੰਤੂ ਸਰ ਗਰਾਊਂਡ ਲੈਵਲ ਤੇ ਅੱਜ ਤੱਕ ਉਹਨਾਂ ਦਾ ਕੋਈ ਕੰਮ ਹੈ ਜਿਹੜਾ ਸਾਨੂੰ ਦੇਖਣ ਨੂੰ ਨਹੀਂ ਮਿਲਿਆ। ਸਰਕਾਰ ਦਾ ਕੀ ਕਸੂਰ ਹੈ ਇਹਦੇ ਵਿੱਚ? ਉਹ ਤਾਂ ਕਹਿੰਦੇ ਸੀ ਪੱਕੇ ਕਰਤੇ। ਕੋਰਾ ਸਾਡੇ ਨਾਲ ਝੂਠ ਬੋਲਿਆ ਗਿਆ, ਸਾਡੀਆਂ ਜੋ ਮਤਲਬ ਭਾਵਨਾਵਾਂ ਨਾਲ ਖੇਡਿਆ ਗਿਆ। ਭਗਵੰਤ ਮਾਨ ਜੀ ਇੱਕ ਨਾ ਕਮੇਡੀਅਨ ਨੇ, ਸਾਨੂੰ ਕਿਤੇ ਨਾ ਕਿਤੇ ਸਾਰੇ ਇਹ ਕਹਿੰਦੇ ਨੇ ਵੀ ਤੁਹਾਡੇ ਨਾਲ ਯਾਰ ਮਜ਼ਾਕ ਹੋ ਗਿਆ ਬਹੁਤ ਵੱਡਾ। ਸਾਨੂੰ ਸਰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿ ਜਿਹੜਾ ਸਾਡਾ ਬਜਟ ਸੀਗਾ ਸਰਕਾਰ ਉਹਨੂੰ ਕਿਹੜੇ ਪਾਸੇ ਇਨਵੈਸਟਮੈਂਟ ਕਰ ਰਹੀ ਹੈਗੀ। ਸ਼ਾਇਦ ਕਿਤੇ ਬੈਨਰਾਂ ਤੇ, ਬੱਸਾਂ ਦੇ ਪਿੱਛੇ ਪੋਸਟਰਾਂ ਤੇ, ਜਾਂ ਫਿਰ ਉਹ ਇੱਥੋਂ ਦੇ ਆਪਣੇ ਹੈਲੀਕਾਪਟਰ ਦੇ ਵਿੱਚ ਚੜ੍ਹ ਕੇ ਛੱਤੀਸਗੜ੍ਹ ਜਾਂਦੇ ਨੇ ਜੀ ਕਿ ਅਸੀਂ ਇਹ ਸਰਕਾਰ ਨੂੰ ਵੋਟਾਂ ਪਾਈਆਂ ਨੇ ਜੀ, ਅਸੀਂ ਇਹਨਾਂ ਵਾਸਤੇ ਵੋਟਾਂ ਮੰਗੀਆਂ ਵੀ ਨੇ ਜੀ। ਭਗਵੰਤ ਮਾਨ ਜੀ ਨੇ ਸਰ ਇੱਕ ਵੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਹੈਗੀ ਜੀ। ਜਿੰਨੀ ਟੀਚਰਾਂ ਦੀ ਭਰਤੀਆਂ ਹੋਈਆਂ ਨੇ ਜੀ ਉਹ ਪਿਛਲੀ ਸਰਕਾਰ ਦੀਆਂ ਭਰਤੀਆਂ ਨੇ ਸਰ। ਬਾਣ ਦੇ ਵਿੱਚ ਕੁੜੀਆਂ, ਸਾਡੀਆਂ ਜਨਾਨੀਆਂ, ਧੀਆਂ ਭੈਣਾਂ ਘੜੀਸ ਕੁੱਟੀਆਂ ਨੇ। ਇਹ ਬਦਲਾਅ ਹੈ ਭਗਵੰਤ ਮਾਨ ਸਰਕਾਰ ਦਾ। ਬੀਤੇ ਦਿਨੀ ਡਾਂਗ ਚੱਲੀ ਤੁਹਾਡੇ ਤੇ, ਉਸ ਤੋਂ ਬਾਅਦ ਵੀਡੀਓ ਜਾਰੀ ਹੁੰਦੀਆਂ ਤੁਹਾਡੀਆਂ, ਉਸ ਤੋਂ ਬਾਅਦ ਸਰਕਾਰ ਗੁੱਸੇ 'ਚ ਵੀ ਆਉਂਦੀ ਹੈ ਕਿ ਇਸ ਤਰੀਕੇ ਨਾਲ ਸਰਕਾਰ ਦੀ ਤੁਸੀਂ ਸੋਸ਼ਲ ਮੀਡੀਆ ਤੇ ਬਦਨਾਮੀ ਕਰਦੇ ਹੋ, ਨੋਟਸ ਕੱਢੇ ਜਾਂਦੇ ਆ ਡਾਂਗਾਂ ਤੋਂ ਲੈ ਕੇ ਤੇ ਆ ਸੋਸ਼ਲ ਮੀਡੀਆ ਤੇ ਜਿਹੜੇ ਨੋਟਸ ਹੈ, ਇਹ ਸਾਰਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਥੇਬੰਦੀ ਵੱਲੋਂ? ਦੇਖੋ ਜੀ, ਅਸੀਂ ਜਿਸ ਚੀਜ਼ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੈ ਔਰ ਜੋ ਮਤਲਬ ਬਿਲਕੁਲ ਜਿਹੜੀ ਸੱਚਾਈ ਦਾ ਪੁਆਇੰਟ ਆ, ਅਸੀਂ ਉਹਦੇ ਤੇ ਚੱਲ ਰਹੇ ਹਾਂ। ਜਦੋਂ ਅਸੀਂ ਸ਼ੁਰੂਆਤ ਕੀਤੀ, ਅਸੀਂ ਕੋਈ ਐਵੇਂ ਹੀ ਹੱਲਾ ਗੁੱਲਾ ਮਾਰਨ ਵਾਸਤੇ ਨਹੀਂ ਬੈਠੇ। ਜਿਹੜੇ ਸਾਡੇ ਬੋਰਡ ਲਾਏ ਗਏ ਨੇ ਕਿ ਰੈਗੂਲਰ ਅਸੀਂ ਕਰਤਾ ਇਹਨਾਂ ਨੂੰ, ਉਸ ਜਿਹੜੇ ਬੋਰਡ ਤੋਂ ਜਦੋਂ ਅਸਲੀਅਤ ਨਿਕਲੀ ਹੈ ਤਾਂ ਕਿਤੇ ਨਾ ਕਿਤੇ ਸਾਡੇ ਲੋਕਾਂ ਦੇ ਮਨ ਵਿੱਚ ਰੋਸ ਆਇਆ ਕਿ ਅਸੀਂ ਕੀ ਸੋਚ ਰਹੇ ਸੀ ਤੇ ਸਾਡੇ ਨਾਲ ਕੀਤਾ ਕੀ ਗਿਆ। ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਸੱਚ ਤੇ ਪਹਿਰਾ ਦੇ ਰਹੇ ਹਾਂ, ਸੱਚ ਤੇ ਬੈਠੇ ਹਾਂ। ਸਰਕਾਰ ਨਾਰਾਜ਼ ਹੋ ਰਹੀ ਹੈ ਤਾਂ ਸਰਕਾਰ ਸਾਡਾ ਹੱਲ ਕਰ ਦੇਵੇ। ਜੋ ਅਸਲੀਅਤ ਦੱਸ ਰਹੇ ਆ, ਜਾਂ ਸਾਡੀ ਇੱਕ ਭੈਣ ਦੀ ਵੀਡੀਓ ਆਈ ਆ ਜਾਂ ਕੁਝ ਵੀ, ਤਾਂ ਉਹ ਕਿਤੇ ਨਾ ਕਿਤੇ ਸੱਚ ਹੀ ਦੱਸਿਆ ਗਿਆ ਵਾ। ਜੇ ਬੱਚਿਆਂ ਨਾਲ ਵੀ ਗੱਲ ਕੀਤੀ ਹੈ ਤਾਂ ਅਸੀਂ ਕਿਹਦੇ ਨਾਲ ਗੱਲ ਕਰਾਂਗੇ? ਕਿਉਂਕਿ ਜਿਹੜੀਆਂ ਸਾਡੀਆਂ ਭੈਣਾਂ ਨੇ, ਅਧਿਆਪਕਾਂ ਨੇ, ਉਹ ਕਿਤੇ ਨਾ ਕਿਤੇ ਬੱਚੇ ਲੇਡੀਜ਼ ਨਾਲ ਜੁੜੇ ਹੁੰਦੇ ਨੇ। ਤਾਂ ਬੱਚੇ ਨੇ ਜਦੋਂ ਪੁੱਛਿਆ ਕਿ ਸੱਟ ਵੱਜੀ ਹੈ, ਕੀ ਗੱਲ ਹੋਈ ਹੈ, ਤਾਂ ਉਹਦੇ ਵਿੱਚ ਮੈਨੂੰ ਤਾਂ ਇਹਦੇ 'ਚ ਕੋਈ ਲੱਗਦਾ ਨਹੀਂ। ਜੇ ਅਸਲੀਅਤ ਦੱਸ ਦਿੱਤੀ ਹੈ, ਜੇ ਸਰਕਾਰ ਨੂੰ ਇੰਨਾ ਹੀ ਦੁੱਖ ਦਰਦ ਹੈ ਤਾਂ ਸਰਕਾਰ ਸਾਡਾ ਹੱਲ ਕਰੇ, ਨਾ ਸਾਡੇ ਤੇ ਡਾਂਗਾ ਵਰਾਉਣ। ਤੇ ਸਾਨੂੰ ਕੀ ਲੋੜ ਹੈ ਕੁਝ ਕਰਨ ਦੀ? ਟੈਂਕੀ ਤੇ ਜਿਹੜੇ ਹੈਗੇ ਨੇ ਤੁਹਾਡੇ ਸਾਥੀ ਬੈਠੇ ਨੇ, ਇਹੀ ਸਰਕਾਰ ਕਹਿੰਦੀ ਸੀ ਕਿ ਸਾਡੇ ਵੇਲੇ ਤਾਂ ਟੈਂਕੀਆਂ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਚੁੰਨੀਆਂ ਨਹੀਂ ਰੋਲੀਆਂ, ਪੱਗਾਂ ਨਹੀਂ ਰੋਲੀਆਂ। ਪਰ ਉਸੇ ਸਰਕਾਰ ਦੇ ਵਿੱਚ ਟੈਂਕੀ ਤੇ ਬੈਠੇ ਹੋ, ਫਿਰ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕਦੇ ਕੀਤੀ ਹੋਣੀ ਕਿਸੇ ਮੀਟਿੰਗ 'ਚ ਕਿ ਭਾਈ ਤੁਹਾਡੀ ਹੋਈ ਸਰਕਾਰ ਆ, ਤੁਸੀਂ ਕਿਹਾ ਸੀ ਟੈਂਕੀ ਤੇ ਅੱਜ ਅਸੀਂ ਬੈਠੇ ਹਾਂ। ਹਾਲਾਂਕਿ ਮੁੱਖ ਮੰਤਰੀ ਸਾਹਿਬ ਦਾ ਘਰ ਵੀ ਇੱਥੋਂ 2 ਕਿਲੋਮੀਟਰ ਤੇ ਹੀ ਆ। ਦੇਖੋ, ਅਸੀਂ ਜਦੋਂ ਮੀਟਿੰਗਾਂ ਸਾਡੀਆਂ ਚੱਲਦੀ ਰਹੀਆਂ, ਪਹਿਲਾਂ ਸ਼ੁਰੂ ਤੋਂ ਲੈ ਕੇ ਰੈਗੂਲਰ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਤਾਂ ਅਸੀਂ ਬਹੁਤ ਵਧੀਆ ਨਾਰਮਲ ਤਰੀਕੇ ਨਾਲ ਸਰਕਾਰ ਨਾਲ ਗੱਲਬਾਤ ਕਰਦੇ ਰਹੇ ਹਾਂ ਕਿ ਸਾਡਾ ਹੱਲ, ਕਿਉਂਕਿ ਕੰਮ ਕਹਿੰਦੇ ਰਹੇ ਕਿ ਤੁਹਾਡਾ 70 ਹੋ ਗਿਆ, 80%, 95% ਤੱਕ ਆ ਗਿਆ ਕਿ ਤੁਹਾਡਾ ਕੰਮ ਕੰਪਲੀਟ ਹੋ ਚੁੱਕਿਆ। ਤਾਂ ਜਦੋਂ 95% ਤੋਂ ਬਾਅਦ ਸਾਡਾ ਰਿਜ਼ਲਟ ਇਹ ਨਿਕਲਦਾ ਕਿ ਸਾਨੂੰ ਉਹ ਦਿੱਤੇ ਜਾਂਦੇ ਆ ਕਿ ਤੁਹਾਡੀ ਤਨਖਾਹ ਵਿੱਚ ਵਾਧਾ, ਤਾਂ ਸਾਡੀ ਕਿਤੇ ਨਾ ਕਿਤੇ ਮਜਬੂਰੀ ਬਣ ਗਈ। ਇਹਨਾਂ ਨੇ ਇਹ ਗੱਲਾਂ ਜੋ ਕਹੀਆਂ ਹੈ ਕਿ ਟੈਂਕੀਆਂ ਤੇ ਕੋਈ ਨਹੀਂ ਚੜੂਗਾ, ਅਸੀਂ ਮਜਬੂਰੀ ਵਸ ਚੜ੍ਹੇ ਆ ਤੇ ਸਾਨੂੰ ਟੈਂਕੀਆਂ ਤੋਂ ਲਾ ਕੇ ਸਾਡੀ ਗੱਲ ਸੁਣਨ। ਅਸੀਂ ਤਾਂ ਇਹ ਗੱਲ ਬਾਰ-ਬਾਰ ਰਿਕੁਐਸਟ ਕਰ ਰਹੇ ਹਾਂ, ਪ੍ਰਸ਼ਾਸਨ ਦੇ ਥਰੂ ਗੱਲ ਜਾ ਰਹੀ ਹੈ ਕਿ ਸਾਡੇ ਨਾਲ ਮੀਟਿੰਗ ਕੀਤੀ ਜਾਵੇ। ਮੁੱਖ ਮੰਤਰੀ ਸਾਹਿਬ ਕੋਲੇ ਫਿਲਮਾਂ ਦੇ ਪ੍ਰੀਮੀਅਰ ਵੇਖਣ ਦਾ ਟਾਈਮ ਹੈਗਾ,
ਪਰ ਇਸ ਜਿਹੜੀ ਪ੍ਰੋਬਲਮ ਨੂੰ ਹੱਲ ਕਰਨ ਲਈ ਸਾਡੇ ਨਾਲ ਬੈਠਣ ਦਾ ਟਾਈਮ ਹੀ ਨਹੀਂ ਹੈਗਾ ਉਹਨਾਂ ਕੋਲੇ। ਸੋ ਸਾਡੀ ਗੱਲ ਜਾਊਗੀ ਤੇ ਕਿਤੇ ਨਾ ਕਿਤੇ ਨਿਬੜੂਗੀ। ਸੋ ਅਸੀਂ ਤਾਂ ਇਸ ਗੱਲ ਦੀ ਹੁਣ ਵੀ ਕਹਿ ਰਹੇ ਹਾਂ ਕਿ ਸਾਡੇ ਨਾਲ ਟੇਬਲ ਟਾਕ ਕਰੋ, ਸਾਡਾ ਮਸਲਾ ਹੱਲ ਕਰੋ। ਇੱਕ ਗੱਲ ਦੱਸਿਓ, ਸਰਕਾਰ ਨੇ ਤਾਂ ਇਸ਼ਤਿਹਾਰ ਵੀ ਦੇਤੇ, ਬੋਰਡ ਵੀ ਲਾਤੇ 8736 ਪੱਕੇ। ਹੁਣ ਤੁਹਾਡੇ ਪੱਕੇ ਹੋਣ 'ਚ ਕੀ ਕਸਰ ਰਹਿ ਗਈ ਵੀ ਜਿਹੜਾ ਹੁਣ ਉਹਦੇ ਤੁਸੀਂ ਡਾਂਗਾਂ ਵੀ ਖਾ ਲਈਆਂ ਵੀ ਕਿਹੜੀ ਕਸਰ ਰਹਿ ਗਈ? ਤੁਸੀਂ ਕਿਉਂ ਨਹੀਂ ਪੱਕੇ ਹੋ ਰਹੇ? ਕੀ ਸਰਕਾਰ ਦਾ ਕੀ ਕਸੂਰ ਹੈ ਇਹਦੇ ਵਿੱਚ? ਉਹ ਤਾਂ ਕਹਿੰਦੇ ਸੀ ਪੱਕੇ ਕਰਤੇ। ਦੇਖੋ ਜੀ, ਸਰਕਾਰ ਦਾ ਕਸੂਰ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜਾ ਸਾਡਾ ਪ੍ਰੋਸੈਸ ਸ਼ੁਰੂ ਕੀਤਾ ਸੀ ਸਰਕਾਰ ਨੇ, ਪਹਿਲਾਂ ਸਾਡੇ ਨਾਲ ਦਰੀਆਂ ਤੇ ਬਹਿ ਕੇ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਆਵਾਂਗੇ ਪਹਿਲੀ ਕੈਬਨਿਟ 'ਚ ਤੁਹਾਨੂੰ ਰੈਗੂਲਰ ਕਰਾਂਗੇ। ਤਾਂ ਜਦੋਂ ਸਰਕਾਰ ਆਈ ਹੈ, ਸਰਕਾਰ ਨੇ ਕਿਤੇ ਨਾ ਕਿਤੇ ਉਹ ਪ੍ਰੋਸੈਸ ਵੀ ਸ਼ੁਰੂ ਕਰ ਦਿੱਤਾ। ਪ੍ਰੋਸੈਸ ਚੱਲਦਾ ਰਿਹਾ, ਸਾਡੀਆਂ ਬਕਾਇਦਾ 3 ਮਹੀਨੇ ਦਾ ਟਾਈਮ ਦਿੱਤਾ ਗਿਆ, ਸਾਡੀ ਵੈਰੀਫਿਕੇਸ਼ਨ ਕਰਾਈ ਗਈ ਦਫ਼ਤਰਾਂ ਤੋਂ, ਸਰਟੀਫਿਕੇਟ ਚੈੱਕ ਸਾਰਾ ਕੁਝ ਹੋਇਆ। ਬਟ ਸਾਰਾ ਕੁਝ ਹੋਣ ਦੇ ਬਾਵਜੂਦ ਜਿਵੇਂ ਜਿਵੇਂ ਸਮਾਂ ਲੰਘੀ ਗਿਆ ਸਾਨੂੰ ਟਾਈਮ ਦੇਈ ਗਏ, ਤੁਹਾਡਾ ਇੰਨੇ % ਕੰਮ ਹੈ, ਤੁਹਾਨੂੰ ਆਰਡਰ ਦੇਵਾਂਗੇ, ਮੁੱਖ ਮੰਤਰੀ ਸਾਹਿਬ ਸਿਰਫ ਟਾਈਮ ਨਹੀਂ ਦੇ ਰਹੇ, ਤੁਹਾਡਾ ਕੰਮ ਕੰਪਲੀਟ ਹੈ। ਸੋ ਇਨ ਦੀ ਐਂਡ ਜਦੋਂ ਸਾਡੇ ਸਾਹਮਣੇ ਇਹ ਗੱਲਬਾਤ ਆਈ ਹੈ ਕਿ ਸਾਡੇ ਸਿਰਫ ਸਾਨੂੰ ਇੱਕ ਤਨਖਾਹ ਦਾ ਵਾਅਦਾ, ਔਰ ਉਹ ਵੀ ਜੋ ਪਹਿਲਾਂ ਤਨਖਾਹ ਦਾ ਵਾਅਦਾ ਕੀਤਾ ਸੀ ਉਹ ਵੀ ਨਹੀਂ, ਜੋ ਸਾਡੇ ਨਾਲ ਵਾਅਦਾ ਕਰਦੇ ਸੀ ਨਾ, ਜੇ ਅਸੀਂ ਤੁਹਾਨੂੰ ਰੈਗੂਲਰ ਨਹੀਂ ਕਰ ਸਕੇ ਤਾਂ ਦਿੱਲੀ ਦੀ ਤਰਜ਼ ਤੇ ਤੁਹਾਨੂੰ 36000 ਤਨਖਾਹ ਦੇਵਾਂਗੇ। ਉਸ ਚੀਜ਼ ਤੋਂ ਵੀ ਕਿਤੇ ਨਾ ਕਿਤੇ ਪਿੱਛੇ ਹਟ ਕੇ ਇੱਕ ਨਾਰਮਲ ਜੀ ਥੋੜਾ ਜਿਹਾ ਵਾਅਦਾ ਦੇ ਕੇ ਤੇ ਨਾਲ ਦੀ ਨਾਲ ਸਾਨੂੰ ਕਹਿ ਰਹੇ 5% ਇਨਕਰੀਮੈਂਟ ਹੈ। ਜੋ ਛੁੱਟੀਆਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਉਹ ਸਾਨੂੰ ਆਲਰੇਡੀ ਸਾਰੀਆਂ ਮਿਲ ਰਹੀਆਂ, ਪਹਿਲਾਂ ਹੀ ਸਾਰੀਆਂ ਛੁੱਟੀਆਂ ਮਿਲ ਰਹੀਆਂ, ਸਭ ਕੁਝ ਹੈ, ਸਿਰਫ ਤਨਖਾਹ ਦਾ ਵਾਅਦਾ ਔਰ 5% ਇਨਕਰੀਮੈਂਟ। ਇਸ ਚੀਜ਼ ਨੂੰ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਪੱਕੇ ਕਰਤਾ। ਸੋ ਇਹ ਚੀਜ਼ ਪੱਕੇ ਨਹੀਂ ਹੁੰਦੀ। ਪੱਕੇ ਦਾ ਮਤਲਬ ਹੁੰਦਾ ਹੈ CSR ਰੂਲ ਲੱਗਦੇ ਆ, ਸਾਰਾ ਕੁਝ ਇੱਕ ਪੱਕੇ ਮੁਲਾਜ਼ਮ ਵਾਂਗੂ ਤੁਹਾਨੂੰ ਸਿਹਤ ਸਹੂਲਤਾਂ ਮਿਲਦੀਆਂ, ਸਾਰਾ ਕੁਝ। ਸੋ ਇਹਦੇ ਵਿੱਚ ਉਹ ਕੁਝ ਵੀ ਨਹੀਂ ਹੈਗਾ। ਅਸੀਂ ਕਿੱਦਾਂ ਮੰਨ ਲਈਏ ਕਿ ਅਸੀਂ ਪੱਕੇ ਹੋ ਗਏ? ਤੁਸੀਂ ਕੀ ਕਹਿੰਦੇ ਹੋ ਕਿ ਜਿਹੜਾ ਪੱਕਾ ਸ਼ਬਦ ਵਰਤਿਆ ਗਿਆ, ਇਸ਼ਤਿਹਾਰਾਂ ਦੇ ਵਿੱਚ ਵਰਤਿਆ ਗਿਆ, ਜਿਹੜਾ ਹੈਗਾਗਾ ਸਪੀਚਾਂ ਦੇ ਵਿੱਚ ਵਰਤਿਆ ਗਿਆ, ਮੁੱਖ ਮੰਤਰੀ ਸਾਹਿਬ ਦੇ ਵੱਲੋਂ ਖੁਦ ਦੇ ਵੱਲੋਂ ਵਰਤਿਆ, ਕੀ ਆ ਉਹ ਪੱਕਾ ਸ਼ਬਦ ਫਿਰ ਝੂਠਾ ਵਰਤਿਆ ਗਿਆ? ਬਿਲਕੁਲ 100% ਝੂਠ ਹੈ ਜੀ। ਹੁਣ ਸਾਰਾ ਕੁਝ ਸਾਹਮਣੇ ਆ ਚੁੱਕਿਆ। ਜਦੋਂ ਅਸੀਂ ਇਸ ਚੀਜ਼ ਨੂੰ ਬਿਲਕੁਲ ਕਰਦੇ ਹਾਂ ਕਿ ਇਹ ਸਕੋਰਾ ਸਾਡੇ ਨਾਲ ਝੂਠ ਬੋਲਿਆ ਗਿਆ, ਸਾਡੀਆਂ ਜੋ ਮਤਲਬ ਭਾਵਨਾਵਾਂ ਨਾਲ ਖੇਡਿਆ ਗਿਆ। ਕਿਉਂਕਿ ਸਾਡਾ ਕਿਤੇ ਨਾ ਕਿਤੇ ਜਦੋਂ ਸਾਨੂੰ ਰੈਗੂਲਰ ਦਾ ਭਰੋਸਾ ਮਿਲਿਆ, ਸਾਡੇ ਮਨ ਵਿੱਚ ਬਹੁਤ ਚਾਅ ਆਏ, ਬਹੁਤ ਸਾਰਿਆਂ ਨੇ ਮਤਲਬ ਅੱਗੇ ਪਲੈਨਿੰਗਾਂ ਕਿ ਸਾਡਾ ਚਲੋ ਵਧੀਆ ਹੋ ਜਾਊਗਾ, ਅਸੀਂ ਕੁਛ ਨਾ ਕੁਛ ਆਪਦੀ ਜਿਹੜੀ ਜ਼ਿੰਦਗੀ ਆ ਉਹਨੂੰ ਵਧੀਆ ਤਰੀਕੇ ਨਾਲ ਜੀਵਾਂਗੇ। ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਬਹੁਤ ਵਾਰ ਵਧਾਈਆਂ ਜੀ, ਬਹੁਤ ਵਧੀਆ ਹੋ ਗਿਆ। ਤਾਂ ਕਿਤੇ ਨਾ ਕਿਤੇ ਸਾਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਇਸ ਚੀਜ਼ ਨਾਲ। ਸੋ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ, ਬਿਲਕੁਲ ਝੂਠ ਹੈ ਇਹ। ਅੱਛਾ, ਇੱਕ ਗੱਲ ਦੱਸਿਓ, ਕਹਿੰਦੇ ਹੁੰਦੇ ਆ ਵੀ ਜਿਹੜਾ ਮੁੱਖ ਮੰਤਰੀ ਹੁੰਦਾ, ਚਾਹੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਤੱਕ ਇੱਕ ਗੱਲ ਚੱਲਦੀ ਹੈ ਕਿ ਇਹਨੂੰ ਕੀੜੀ ਵੀ ਤੁਰੀ ਫਿਰਦੀ ਦਿਖਾਈ ਦਿੰਦੀ ਹੁੰਦੀ ਹੈ। ਤੁਸੀਂ ਟੈਂਕੀ ਤੇ ਜਿਹੜੇ ਬੈਠੇ ਆ, ਘਰ ਕਹਿੰਦੇ 2 ਕਿਲੋਮੀਟਰ ਹੈ, ਮੁੱਖ ਮੰਤਰੀ ਤਾਂ ਕਹਿੰਦੇ ਸੀ ਮੇਰੇ ਘਰ ਦੇ ਦਰਵਾਜ਼ੇ ਸਦਾ ਹੀ ਖੁੱਲ੍ਹੇ ਰਹਿਣਗੇ, ਤਾਂ ਆਮ ਆਦਮੀ ਦਾ ਘਰ ਹੋਊਗਾ। ਹੁਣ ਤੁਹਾਡੇ ਨਾਲ ਕੀ ਭੇਦਭਾਵ ਹੈ? ਸਾਨੂੰ ਦੁੱਖ ਇਸੇ ਗੱਲ ਦਾ ਹੋ ਰਿਹਾ ਹੈ ਕਿ ਕਹਿਣੀ ਤੇ ਕਥਨੀ 'ਚ ਫਰਕ ਬਹੁਤ ਦੇਖਿਆ ਜਾ ਰਿਹਾ। ਇਹ ਗੱਲ ਮੈਂ ਦੱਸ ਦਿੰਦਾ ਕਿ ਇੱਥੇ ਜੋ ਕੁਝ ਹੋ ਰਿਹਾ, ਕਦੋਂ ਕਿੰਨਾ ਇਕੱਠ ਹੈ, ਕਦੋਂ ਕੀ ਹੋ ਰਿਹਾ, ਇੱਕ ਨਿਊਜ਼ ਇੱਥੋਂ ਦੀ ਸਿੱਧੀ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਕੋਲੇ। ਜੇ ਉਹ ਕਹਿਣਾ ਮੈਂ ਬਹੁਤ ਬਿਜ਼ੀ ਆ, ਪਰ ਨਹੀਂ, ਕਿਤੇ ਨਾ ਕਿਤੇ ਉਹਨਾਂ ਦਾ ਧਿਆਨ ਇੱਥੇ ਹੈਗਾ ਕਿ ਟੈਂਕੀ ਉੱਤੇ ਸਾਡੇ ਆਹ ਚੀਜ਼ ਚੱਲ ਰਹੀ ਹੈ। ਪਰ ਇਹ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਕਿਸ ਗੱਲ ਦੀ ਇਸ ਗੱਲ ਵਿੱਚ, ਮਤਲਬ ਜੇ ਗੱਲ ਸਾਨੂੰ ਬੁਲਾ ਕੇ ਖਤਮ ਕਰ ਲੈਣ ਤਾਂ ਮੇਰੇ ਹਿਸਾਬ ਨਾਲ ਤਾਂ ਐਡਾ ਵੱਡਾ ਇਸ਼ੂ ਕ੍ਰੀਏਟ ਹੋਣਾ ਹੀ ਨਹੀਂ ਚਾਹੀਦਾ ਸੀਗਾ। ਸੋ ਇਸ ਕਰਕੇ ਪਤਾ ਉਹਨਾਂ ਨੂੰ ਸਭ ਹੈ, ਪਰ ਅਸੀਂ ਫਿਰ ਵੀ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿਤੇ ਨਾ ਕਿਤੇ ਸਾਡਾ ਇਹ ਜਿਹੜਾ ਕੰਮ ਹੈ, ਜੋ ਵਾਅਦਾ ਕੀਤਾ, ਉਹਨੂੰ ਪੂਰਾ ਕੀਤਾ ਜਾਵੇ। ਜੀ, ਕੀ ਲੱਗਦਾ ਕਿ ਜਿਵੇਂ ਸਰਕਾਰ ਨੇ ਹਾਲਾਂਕਿ ਵਿਧਾਨ ਸਭਾ ਦੇ ਵਿੱਚ ਬਜਟ ਦੇ ਵਿੱਚ ਵੀ ਰੱਖਤਾ ਸੀ ਕਿ ਭਾਈ ਇੰਨੇ ਪੈਸੇ ਜਿਹੜੇ ਆ ਉਹ ਅਲੱਗ ਰੱਖੇ ਹੋਏ ਆ ਅਧਿਆਪਕਾਂ ਦੇ ਲਈ, ਤਾਂ ਫਿਰ ਫਰਕ ਜਿਹੜਾ ਉਹ ਕਿੱਥੇ ਰਹਿ ਗਿਆ? ਕਹਾਣੀ ਹਲੇ ਖੜੀ ਕਿੱਥੇ ਆ? ਸਰ ਦੇਖੋ, ਜੋ ਉਹਨਾਂ ਦਾ ਪ੍ਰੋਸੈਸ ਸੀਗਾ ਸਾਨੂੰ 8736 ਨੂੰ ਪੱਕੇ ਕਰਨ ਦਾ ਜੀ, ਲਗਭਗ ਸਰਕਾਰ ਨੇ ਸਰ ਕੰਪਲੀਟ ਕਰ ਲਿਆ ਸੀਗਾ ਸਰ ਉਹ। ਸਰ ਜੋ ਕੱਚੇ ਅਧਿਆਪਕਾਂ ਦਾ ਬਜਟ ਸੀਗਾ ਜੀ, ਰਾਜਪਾਲ ਜੀ ਨੇ ਸਰ ਉਹ ਵੀ ਕੋਸਟ ਕੀਤਾ ਸੀਗਾ ਜੀ ਬਕਾਇਦਾ ਜੀ। ਸਾਡੇ ਕੋਲ ਅੱਜ ਵੀ ਉਹਦੀ ਵੀਡੀਓ ਨੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਵੀ ਹੈਗੇ ਨੇ ਸਰ। ਪਰ ਸਾਨੂੰ ਸਰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿ ਜਿਹੜਾ ਸਾਡਾ ਬਜਟ ਸੀਗਾ ਸਰਕਾਰ ਉਹਨੂੰ ਕਿਹੜੇ ਪਾਸੇ ਇਨਵੈਸਟਮੈਂਟ ਕਰ ਰਹੀ ਹੈਗੀ। ਸ਼ਾਇਦ ਕਿਤੇ ਬੈਨਰਾਂ ਤੇ, ਬੱਸਾਂ ਦੇ ਪਿੱਛੇ ਪੋਸਟਰਾਂ ਤੇ, ਜਾਂ ਫਿਰ ਉਹ ਕਿਤੇ ਨਾ ਕਿਤੇ ਹੁਣ ਜਿਵੇਂ CM ਸਾਹਿਬ ਆਪਣੇ ਇੱਥੇ ਪੰਜਾਬ ਦਾ ਇੱਥੋਂ ਦੇ ਆਪਣੇ ਹੈਲੀਕਾਪਟਰ ਦੇ ਵਿੱਚ ਚੜ੍ਹ ਕੇ ਛੱਤੀਸਗੜ੍ਹ ਜਾਂਦੇ ਨੇ ਜੀ। CM ਸਾਹਿਬ ਦਿੱਲੀ ਨੂੰ ਨਾਲ ਲੈ ਕੇ ਜਾਂਦੇ ਨੇ ਜੀ। ਇੱਥੋਂ ਦਾ ਜਿਹੜਾ ਮੰਨ ਲਓ ਕਿ ਉਹਦਾ ਫਿਊਲ ਹੈਗਾ ਜੋ ਵੀ ਆਪਣੇ ਹੈਲੀਕਾਪਟਰ ਦਾ, ਸ਼ਾਇਦ ਸਾਨੂੰ ਲੱਗਦਾ ਵੀ ਸਾਡਾ ਜਿਹੜਾ ਉਹ ਸਾਨੂੰ ਬਜਟ ਪਾਸ ਹੋਇਆ ਸੀਗਾ ਤੇ ਸ਼ਾਇਦ ਸਾਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਜੀ ਸਰ ਉਡਾਏ ਜਾ ਰਹੇ ਹੈਗੇ। ਉਹ ਸਾਡੇ ਜਿਹੜੇ ਬੱਚੇ ਨੇ ਸਰ, ਅਸੀਂ ਭੁੱਖੇ ਮਰ ਰਹੇ ਹਾਂਗੇ, ਪਰ ਸਾਡੇ ਵਾਸਤੇ ਜੋ ਪਾਸ ਹੋਇਆ ਸੀਗਾ ਸਰਕਾਰ ਸਾਨੂੰ ਦੇਣ 'ਚ ਉਹ ਨਾਕਾਮ ਰਹੀ ਹੈ ਜੀ, ਪੂਰੀ ਦੀ ਪੂਰੀ ਤਰ੍ਹਾਂ ਜੀ। ਇੱਕ ਗੱਲ ਦੱਸਿਓ, ਤੁਸੀਂ ਕਈ ਸਰਕਾਰਾਂ 'ਚ ਪੱਕੇ ਹੋ ਗਏ, ਇਹ ਕਿੰਨੇ ਵਾਰੀ ਪੱਕੇ ਹੋਏ ਆ ਤੁਸੀਂ? ਕਿੰਨੇ ਵਾਰੀ ਤੁਹਾਡੇ ਚਰਚੇ ਹੋਏ ਆ? ਜ਼ਰੂਰ ਦੱਸਿਓ ਸਰ। ਸਾਨੂੰ ਜੋ ਪਹਿਲਾਂ ਆਪਣੇ ਮੁੱਖ ਮੰਤਰੀ ਕੈਪਟਨ ਜੀ, ਸਾਨੂੰ ਉਹਨਾਂ ਨੇ ਵੀ ਸਰ ਪੱਕੇ ਕੀਤਾ ਸੀਗਾ ਸਾਡੀ ਦਰੀ ਤੇ ਬੈਠ ਕੇ ਜੀ। ਉਹ ਤੋਂ ਬਾਅਦ ਸਰ ਮੁੱਖ ਮੰਤਰੀ ਪੰਜਾਬ ਆਏ ਚੰਨੀ ਜੀ, ਚਰਨਜੀਤ ਸਿੰਘ ਚੰਨੀ ਜੀ, ਸਾਨੂੰ ਸਰ ਉਹ ਵੀ 36000 ਦੇ ਬੋਰਡ ਲਗਾ ਕੇ ਚਲੇ ਗਏ ਜੀ, ਉਹਨਾਂ ਨੇ ਵੀ ਸਾਨੂੰ ਪੱਕੇ ਕੀਤਾ ਜੀ। ਉਹ ਤੋਂ ਬਾਅਦ ਸਰ ਸਾਡੇ ਧਰਨੇ ਦੇ ਵਿੱਚ ਮੋਹਾਲੀ ਜੀ CM ਸਾਹਿਬ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ,
ਤੇ ਸੀਐਮ ਸਾਹਿਬ ਦਿੱਲੀ ਅਰਵਿੰਦ ਕੇਜਰੀਵਾਲ ਜੀ ਸਾਡੇ ਧਰਨੇ ਦੇ ਵਿੱਚ ਆ ਕੇ ਸਰ ਸਾਨੂੰ ਉਹ ਵੀ ਪੱਕੇ ਕਰ ਚੁੱਕੇ ਆ ਜੀ। ਉਹਨਾਂ ਨੇ ਵੀ ਸਰ ਸਾਡੇ ਜਿਹੜੇ ਬੋਰਡ ਨੇ ਹੁਣ 8736 ਦੇ ਰੈਗੂਲਰ ਪਾਲਿਸੀ ਦੇ ਤਹਿਤ ਸਾਨੂੰ ਕਰਕੇ ਉਹ ਪੱਕੇ ਕਰ ਚੁੱਕੇ ਆ। ਪਰ ਸਰ ਗਰਾਊਂਡ ਲੈਵਲ ਤੇ ਅਗਰ ਸਾਨੂੰ ਦੇਖਿਆ ਜਾਵੇ ਸਰ ਅਸੀਂ ਪਹਿਲਾਂ ਵੀ ਕੱਚੇ ਸੀਗੇ ਤੇ ਸਰ ਅਸੀਂ ਅੱਜ ਵੀ ਕੱਚੇ ਆਂਗੇ। ਇੱਕ ਚੀਜ਼ ਦੱਸਿਓ, ਪਿਛਲੀਆਂ ਸਰਕਾਰਾਂ ਦੀ ਤਾਂ ਇਹ ਗੱਲਾਂ ਚੱਲਦੀਆਂ ਰਹੀਆਂ, ਅਕਾਲੀ ਦਲ ਹੋ ਗਈ, ਕਾਂਗਰਸ ਕੇ ਭਾਈ ਤਾਂ ਐਂ ਹੀ ਕਰਦੀਆਂ ਨੇ ਹਨਾ, ਵੋਟਾਂ ਲੈਣ ਦੀਆਂ ਮਾਰਿਆਂ ਸਭ ਕੁਝ ਕਰਦੀਆਂ। ਜਦੋਂ ਇਹਦਾ ਇਹ ਹੋਇਆ ਸੀ ਕਿ ਭਾਈ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਜਿਹੜਾ ਹੈ ਐਲਾਨਿਆ ਗਿਆ, ਲੱਗਦਾ ਸੀ ਜੇ ਆਮ ਆਦਮੀ ਪਾਰਟੀ ਸਰਕਾਰ ਆ ਗਈ ਸ਼ਾਇਦ ਅਸੀਂ ਪੱਕੇ ਤੌਰ ਤੇ ਪੱਕੇ ਹੋ ਜਾਈਏ, ਇਸ਼ਤਿਹਾਰਾਂ ਦੇ ਵਿੱਚ ਹੀ ਨਾ ਰਹੀਏ। ਸਰ ਦੇਖੋ ਸਾਨੂੰ ਵੀ ਬੜਾ ਚਾਅ ਸੀਗਾ ਕਿਉਂਕਿ ਸਾਡੇ ਨਾਲ ਸੀਐਮ ਸਾਹਿਬ ਵਾਅਦਾ ਕਰਕੇ ਆਏ ਸੀਗੇ ਦਰੀ ਤੇ ਬੈਠ ਕੇ। ਗਗਨ ਅਨਮੋਲ ਮਾਨ ਜੀ ਮੈਮ ਸਾਡੇ ਹੁੰਦੇ ਸੀ ਉੱਥੇ ਜੀ, ਤੇ ਮੀਤ ਹੇਅਰ ਜੀ ਸਾਡੇ ਕੋਲੇ ਜਾ ਕੇ ਆਏ ਨੇ ਜੀ। ਜਿੰਨੇ ਵੀ ਮੰਨ ਲਓ ਕਿ ਇਸ ਟਾਈਮ ਜਿਹੜੇ ਮੌਜੂਦਾ ਕੈਬਨਿਟ 'ਚ ਮੰਤਰੀ ਨੇ ਜੀ ਲਗਭਗ ਸਾਡੇ ਦਰੀਆਂ ਤੇ ਸਾਰੇ ਬੈਠ ਕੇ ਸਾਡੇ ਨਾਲ ਵਾਅਦੇ ਕਰਕੇ ਆਏ ਸੀਗੇ ਸਰ। ਪਰ ਸਾਨੂੰ ਬੜੀ ਆਸ ਸੀਗੀ ਕਿ ਮੈਂ ਅੱਜ ਵੀ ਮੰਨ ਲਓ ਕਿ ਕੈਮਰੇ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾਗੇ ਕਿ ਅਸੀਂ ਇਸ ਸਰਕਾਰ ਨੂੰ ਵੋਟਾਂ ਪਾਈਆਂ ਨੇ ਜੀ। ਅਸੀਂ ਇਹਨਾਂ ਵਾਸਤੇ ਵੋਟਾਂ ਮੰਗੀਆਂ ਵੀ ਨੇ ਜੀ ਕਿਉਂਕਿ ਅਸੀਂ ਪੁਰਾਣੀ ਸਰਕਾਰਾਂ ਤੋਂ ਸਰ ਨੋ ਡਾਊਟ ਕਿ ਅਸੀਂ ਅੱਕ ਚੁੱਕੇ ਸੀਗੇ ਜੀ। ਸਾਨੂੰ ਪੂਰੀ ਆਸ ਸੀ ਕਿ ਸਰਕਾਰ ਸਾਨੂੰ ਇਹਨਾਂ ਜੇ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਾਡਾ ਆਉਂਦੇ ਸਾਰੀ ਹਰਾ ਪੈਨ ਚੱਲੂਗਾ ਤੇ ਪੰਜਾਬ ਦੇ ਵਿੱਚ ਨੌਕਰੀਆਂ ਮਿਲਣਗੀਆਂ ਜੀ। ਭਗਵੰਤ ਮਾਨ ਜੀ ਨੇ ਸਰ ਇੱਕ ਵੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਹੈਗੀ ਜੀ। ਜਿੰਨੀ ਟੀਚਰਾਂ ਦੀ ਭਰਤੀਆਂ ਹੋਈਆਂ ਨੇ ਜੀ ਉਹ ਪਿਛਲੀ ਸਰਕਾਰ ਦੀਆਂ ਭਰਤੀਆਂ ਨੇ ਸਰ। ਅੱਜ ਤੱਕ ਇਹਨਾਂ ਦੀ ਇੱਕ ਵੀ ਕਿਸੇ ਇਸ਼ਤਿਹਾਰ ਦੇ ਵਿੱਚ ਇਹ ਦੱਸ ਦੇਣ ਅਸੀਂ ਇਸ਼ਤਿਹਾਰ ਜਾਰੀ ਕੀਤਾ ਹੈ ਕਿ ਅਸੀਂ ਇੰਨੀ ਨੌਕਰੀਆਂ ਕੱਢ ਰਹੇ ਹਾਂਗੇ ਜੀ। ਉਹ ਪਿਛਲੇ ਇਸ਼ਤਿਹਾਰ ਸਰ ਜੋ ਕੈਪਟਨ ਵੇਲੇ ਦੀ ਜੋ ਭਰਤੀਆਂ ਰੁਕੀਆਂ ਹੋਈਆਂ ਸੀਗੀ ਸਰ ਆਲਰੇਡੀ ਉਹ ਪ੍ਰੋਸੈਸ ਪੂਰਾ ਸੀਗਾ ਜੀ, ਪੇਪਰ ਹੋ ਚੁੱਕੇ ਸੀਗੇ ਜੀ ਸਾਰੇ ਸਟੂਡੈਂਟਸ ਦੇ। ਸਰ ਉਹ ਭਰਤੀਆਂ ਨੂੰ 100 ਬੰਦੇ ਨੂੰ ਬੁਲਾ ਕੇ ਜੀ ਇਹ ਅਪਾਇੰਟਮੈਂਟ ਲੈਟਰ ਦਿੰਦੇ ਆ ਸਰ। ਉਹਨੂੰ ਐ ਸ਼ੋਅ ਕੀਤਾ ਜਾਂਦਾ ਕਿ ਜਿਵੇਂ ਇਹਨਾਂ ਨੇ 25000 ਨੌਕਰੀ ਦਿੱਤੀ ਹੋਵੇ ਜੀ। ਪਰ ਭਗਵੰਤ ਮਾਨ ਜੀ ਦੇ ਰਾਜ ਦੇ ਵਿੱਚ ਸਰ 2 ਸਾਲ ਨੀਅਰ ਅਬਾਊਟ ਸਰਕਾਰ ਨੂੰ ਹੋ ਗਏ ਨੇ, ਇੱਕ ਵੀ ਨੌਕਰੀ ਨਹੀਂ ਦਿੱਤੀ ਜੀ। ਜੋ ਕੱਚੇ ਮੁਲਾਜ਼ਮ ਨੇ ਉਹ ਉਵੇਂ ਜਿਵੇਂ ਕੱਚੇ ਨੇ ਜੀ, ਨੌਕਰੀ ਕਿਸੇ ਨੂੰ ਨਹੀਂ ਦਿੱਤੀ ਗਈ ਜੀ। ਜੋ ਆਪਣਾ ਸੀਐਮ ਸਾਹਿਬ ਹੈ ਜੀ ਉਹ ਬਸ ਫਿਰਨ ਤੁਰਨ ਤੇ ਵਾਹ 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 ਬਾੜੀ ਖੱਟੀ ਹੋਈ ਹੈਗੀ, ਪਰੰਤੂ ਸਰ ਗਰਾਊਂਡ ਲੈਵਲ ਤੇ ਅੱਜ ਤੱਕ ਉਹਨਾਂ ਦਾ ਕੋਈ ਕੰਮ ਹੈ ਜਿਹੜਾ ਸਾਨੂੰ ਦੇਖਣ ਨੂੰ ਨਹੀਂ ਮਿਲੇਗਾ ਜੀ। ਇੱਕ ਭੈਣੇ ਲੱਗੀ ਆ ਇੱਕ ਜਵਾਬ ਜ਼ਰੂਰ ਦੇ ਦਿਓ, ਜਿਵੇਂ ਬਾਈ ਹੋਰਾਂ ਨੇ ਕਿਹਾ ਕਿ ਦਰੀਆਂ ਤੇ ਆ ਕੇ ਭਗਵੰਤ ਸਿੰਘ ਮਾਨ ਬੈਠੇ ਸੀ, ਅਨਮੋਲ ਗਗਨ ਮਾਨ ਬੈਠੇ ਸੀ। ਉਹ ਯਾਦ ਇੱਕ ਵਾਰੀ ਕਰ ਲਿਓ, ਭਗਵੰਤ ਸਿੰਘ ਮਾਨ ਤੇ ਅਨਮੋਲ ਗਗਨ ਮਾਨ ਹੀ ਸੀ ਨਾ, ਕਿਤੇ ਹੋਰ ਤਾਂ ਨਹੀਂ ਕੋਈ ਆ ਕੇ ਬੈਠ ਗਿਆ? ਨਹੀਂ ਸਰ ਬਿਲਕੁਲ ਜੀ, ਜੋ ਸਰ ਨੇ ਕਿਹਾ ਹੈ ਉਹਨਾਂ ਨੇ ਉਹ ਬਕਾਇਦਾ ਸਾਡਾ ਦਰੀ ਦੇ ਆ ਕੇ ਸਾਡਾ ਉਹਨਾਂ ਨੇ ਮਤਲਬ ਕਿ ਸਾਨੂੰ ਵਾਅਦਾ ਕਰਕੇ ਗਏ ਸੀ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਮਤਲਬ ਕਿ ਪਹਿਲਾ ਜਿਹੜਾ ਗ੍ਰੀਨ ਪੈਨ ਹਰਾ ਪੈਨ ਉਹ ਤੁਹਾਡੇ ਲਈ ਚੱਲੂਗਾ। ਪਰ ਦੇਖੋ 13 ਜੂਨ ਦਾ ਧਰਨਾ ਚੱਲ ਰਿਹਾ ਪਰ ਉਹਨਾਂ ਨੇ ਸਾਡੀ ਅੱਜ ਤੱਕ ਸਾਰ ਨਹੀਂ ਲਈ ਹੈਗੀ। ਇੱਥੋਂ ਤੱਕ ਕਿ ਕਿੰਨੀਆਂ ਨਿਊਜ਼ ਆ ਰਹੀਆਂ ਨੇ, ਸਭ ਕੁਝ ਹੋ ਰਿਹਾ। ਦੇਖੋ ਸਰਕਾਰ ਅਣਦੇਖਿਆ ਕਰ ਰਹੀ ਆ ਤੇ ਸਾਡੇ ਨਾਲ ਤਾਂ ਕੋਈ ਟੇਬਲ ਟਾਕ ਕੀਤੀ ਨਹੀਂ ਹੈਗੀ ਉਹਨਾਂ ਨੇ। ਭੈਣੇ ਸਭ ਤੋਂ ਚਰਚਿਤ ਤੁਹਾਡੀ ਵੀਡੀਓ ਹੋਈ ਹੈ, ਸਰਕਾਰ ਕਹਿੰਦੀ ਵੀ ਤੁਸੀਂ ਬਦਨਾਮੀ ਕਰ ਰਹੇ ਹੋ ਸਾਡੀ, ਤੁਸੀਂ ਜਿਹੜੀਆਂ ਵੀਡੀਓ ਪਾ ਕੇ ਆਪਣਾ ਬੱਚਿਆਂ ਨੂੰ ਭੜਕਾ ਰਹੇ ਹੋ, ਤੁਹਾਡੇ ਤੇ ਇਲਜ਼ਾਮ ਲਗਾ ਕੇ ਤੁਹਾਨੂੰ ਕਹਤਾ ਵੀ 5 ਦਿਨਾਂ ਬਾਅਦ ਤੁਹਾਨੂੰ ਨੌਕਰੀ ਕਰ ਦਿੱਤਾ ਜਾਊਗਾ, ਜਵਾਬ ਦੇ ਦਿਓ। ਪਹਿਲੀ ਗੱਲ ਤਾਂ ਇਹ ਹੈਗੀ ਵੀ ਜੋ ਵੀ ਉਹ ਵੀਡੀਓ ਵਾਇਰਲ ਹੋਈ ਹੈਗੀ ਮੈਨੂੰ ਇਹਦਾ ਕੋਈ ਅਫਸੋਸ ਨਹੀਂ ਹੈਗਾ। ਠੀਕ ਹੈ। ਤੇ ਜੋ ਮੈਂ ਬੱਚਿਆਂ ਨੂੰ ਦੱਸਿਆ ਉਹ ਸੱਚ ਦੱਸਿਆ ਬਿਲਕੁਲ। ਸਾਡੇ ਤੇ ਲਾਠੀ ਚਾਰਜ ਹੋਇਆ, ਜਿੰਨੀਆਂ ਵੀ ਸਾਡੇ ਨਾਲ ਭਰਾਤਰੀ ਜਥੇਬੰਦੀਆਂ ਡੀਟੀਐਫ ਦੇ ਸਾਥੀ ਜੁੜੇ ਹੋਏ ਸੀ, ਆ ਬਾਹਾਂ ਨੇ ਇੱਥੇ ਸਾਹਮਣੇ, ਇਹਦੇ ਵਿੱਚ ਹੀ ਸਾਡੇ ਨਾਲ ਇਹ ਹਾਦਸੇ ਵਾਪਰੇ ਨੇਗੇ ਤੇ ਮੇਰੇ ਪੈਰ ਤੇ ਸੱਟ ਲੱਗੀ ਸੀ। ਬੱਚਿਆਂ ਨੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਦੱਸੀ ਸਾਰੀ ਗੱਲਬਾਤ ਤੇ ਇਹ ਕੋਈ ਜ਼ੁਲਮ ਨਹੀਂ ਹੈਗਾ। ਬੱਚਿਆਂ ਨੂੰ ਦੱਸਣਾ ਆਪਦੇ ਹੱਕ ਮੰਗਣੇ, ਅਸੀਂ ਕੋਈ ਭੀਖ ਥੋੜਾ ਮੰਗਦੇ ਇਹਨਾਂ ਤੋਂ, ਆਪਦੇ ਹੱਕ ਮੰਗ ਰਹੇਗੇ। 736 ਕੱਚੇ ਅਧਿਆਪਕਾਂ ਦੇ ਤੇ ਉਹ ਜਿੰਨਾ ਚਿਰ ਹੱਕ ਨਹੀਂ ਮਿਲਦੇ ਅਸੀਂ ਨਾ ਟੈਂਕੀ ਵਾਲਾ ਧਰਮ ਨਾ ਖਤਮ ਕਰਨਾ ਨਾ ਸਾਡਾ ਸੰਘਰਸ਼ ਖਤਮ ਹੋਊਗਾ। ਪਰ ਸਰਕਾਰ ਕਹਿੰਦੀ ਇੱਕ ਪਾਸੇ ਸਰਕਾਰੀ ਨੌਕਰੀ ਕਰਦੇ ਹੋ, ਦੂਜੇ ਪਾਸੇ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਣੇ, ਇਹ ਕਹਿੰਦੀ ਹੈ ਸਰਕਾਰ। ਬਿਲਕੁਲ ਲਾਵਾਂਗੇ। ਸਰਕਾਰ ਬਣਾਈ ਕਿਨੇ? ਲੋਕਾਂ ਨੇ ਬਣਾਈ ਹੈ, ਅਸੀਂ ਵੋਟਾਂ ਪਾਈਆਂ ਨੇਗੀਆਂ। ਤਾਂ ਜੇ ਸਰਕਾਰ ਚੰਗੇ ਕੰਮ ਕਰੂਗੀ ਤਾਂ ਜਿੰਦਾਬਾਦ ਦੇ ਨਾਅਰੇ ਵੀ ਲੱਗਣਗੇ, ਮਾੜੇ ਕੰਮ ਕਰੂਗੀ ਤਾਂ ਮੁਰਦਾਬਾਦ ਦੇ ਨਾਅਰੇ ਵੀ ਲੱਗਣਗੇ। ਤੁਹਾਡਾ ਜ਼ਿਲ੍ਹਾ ਵੀ ਸੰਗਰੂਰ ਹੈ ਤੇ ਮੁੱਖ ਮੰਤਰੀ ਦਾ ਜ਼ਿਲ੍ਹਾ ਵੀ ਸੰਗਰੂਰ ਹੈ ਤੇ ਇਹ ਕਹਿੰਦੇ ਆ ਵੀ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ, ਇਹ ਚਰਚਾ ਸੀ। ਹੁਣ ਤੁਹਾਡਾ ਕੀ ਕਸੂਰ ਹੈ ਵੀ ਤੁਹਾਡਾ ਜ਼ਿਲ੍ਹਾ ਸੰਗਰੂਰ ਹੈ ਵੀ ਤੁਹਾਡੇ ਉੱਥੇ ਕੁੱਟ ਪੈ ਰਹੀ? ਸਾਡਾ ਕਸੂਰ ਇਹ ਹੈ ਕਿ 18 ਸਾਲਾਂ ਤੋਂ ਅਸੀਂ ਉਹਨਾਂ ਸਕੂਲਾਂ ਨੂੰ ਚਲਾਇਆ ਜਿਨ੍ਹਾਂ ਨੂੰ ਜਿੰਦੇ ਲੱਗੇ ਹੋਏ ਸੀਗੇ। ਸਭ ਤੋਂ ਵੱਡਾ ਕਸੂਰ ਇਹੀ ਹੈਗਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਇਆ, ਉਹਨਾਂ ਸਕੂਲਾਂ ਨੂੰ ਚਲਾਇਆ। ਤੇ ਜੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਨੇਗੇ ਕਿ ਇਹ ਮਾੜਾ ਕੰਮ ਹੈ ਤਾਂ ਸਾਨੂੰ ਨਹੀਂ ਲੱਗਦਾ ਹੈਗਾ ਕਿ ਫਿਰ ਇਸ ਤੋਂ ਚੰਗਾ ਕੁਝ ਹੋ ਸਕਦਾ ਹੈਗਾ। ਤੁਸੀਂ ਤਾਂ ਮਤਲਬ ਸ਼ਾਇਦ ਰਹਿੰਦੇ ਵੀ ਇਹੀ ਕਲੋਨੀ ਦੇ ਵਿੱਚੋਂ, ਭਗਵੰਤ ਸਿੰਘ ਮਾਨ ਹੋਰਾਂ ਵਾਲੀ ਕਲੋਨੀ ਦੇ ਵਿੱਚ ਹੀ ਰਹਿੰਦੇ ਹੋ। ਹਾਂਜੀ ਸਰ। ਤਾਂ ਫਿਰ ਤੁਹਾਡੀ ਵੀ ਨਹੀਂ ਗੱਲ ਸੁਣੀ, ਨੇੜੇ ਤੇੜੇ ਗਾਂਢ ਗੁਆਂਢ ਦੀ ਤਾਂ ਸੁਣੀ ਲੈਂਦਾ ਬੰਦਾ। ਸਰ ਐਕਚੁਅਲੀ ਦੇਖੋ ਜੀ, ਜਿੱਤ ਤੋਂ ਪਹਿਲਾਂ ਚੋਣਾਂ 'ਚ ਜਿੱਤ ਤੋਂ ਪਹਿਲਾਂ ਜੀ ਕੋਈ ਗੱਲਾਂ ਕੁਝ ਹੋਰ ਹੁੰਦੀਆਂ ਨੇ ਜੀ। ਜਦੋਂ ਆਪਾਂ ਕਹਿੰਦੇ ਹੁੰਦੇ ਕੋਈ ਮੁਕਾਮ ਹਾਸਲ ਕਰ ਲੈਣੇ ਆ ਫਿਰ ਆਪਾਂ VIP ਬਣ ਜਾਣੇ ਆ ਜੀ, ਠੀਕ ਹੈ ਜੀ। ਤੇ ਇਹ ਤਾਂ ਸਿਰਫ ਫੋਕੇ ਵਾਅਦੇ ਹੀ ਹੁੰਦੇ ਨੇ ਲੋਕਾਂ ਨਾਲ। ਹਾਂਜੀ ਹੁਣ ਦੇਖੋ ਸਾਡੇ ਨਾਲ ਵੀ ਕਿੰਨੀ ਤਰਾਸਦੀ ਹੋਈ ਹੈ। ਸਾਨੂੰ ਮੈਨੂੰ ਲੱਗਦਾ ਘੱਟੋ ਘੱਟ 10 ਵਾਰੀ ਸਾਨੂੰ ਪੱਕੇ ਕਰ ਚੁੱਕੇ ਨੇ। ਈਵਨ ਕਿ ਅਸੀਂ ਰਿਸ਼ਤੇਦਾਰਾਂ 'ਚ ਵੀ ਇੰਨੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਾਂ ਵੀ ਇਹ ਉਹਨਾਂ ਨੂੰ ਐ ਲੱਗਦਾ ਸਾਨੂੰ ਵੀ ਇਹਨੂੰ ਫੇਸ ਕਿਵੇਂ ਕਰੀਏ। ਸਕੂਲਾਂ 'ਚ ਅਸੀਂ ਬੈਠੇ ਤਾਂ ਹੈਗੇ ਆ ਪਰ ਇੱਕ ਮੈਂ ਕਹਿੰਦੀ ਆ ਕੈਦ ਵਾਂਗੂ ਅਸੀਂ ਜੀਵਨ ਗੁਜ਼ਾਰ ਰਹੇ ਹਾਂ।
ਪਤਾ ਕੀ ਹੈ ਜੀ, ਬਹੁਤ ਜ਼ਿਆਦਾ ਕੋਝਾ ਮਜ਼ਾਕ ਹੋਇਆ ਸਾਡੇ ਨਾਲ। ਸਾਨੂੰ ਤਾਂ ਇਹ ਲੱਗਦਾ ਵੀ ਅਸੀਂ ਕੋਈ ਧਰਤੀ 'ਚ ਟੋਆ ਪੁੱਟਦੇ ਤੇ ਅਸੀਂ ਉਹਦੇ ਵਿੱਚ ਭਸਮ ਹੋ ਜਾਈਏ ਬਸ। ਹੁਣ ਤਾਂ ਜੀ ਬਸ ਸਾਡੀ ਮਾਣ ਇੱਜ਼ਤ ਦੀ ਗੱਲ ਬਣੀ ਹੋਈ ਹੈ। ਗੱਲ ਇਹ ਨਹੀਂ ਹੈਗੀ ਵੀ ਸਾਨੂੰ ਕੁੱਤੇ ਦੀ ਕਹਿੰਦੇ ਕੁੱਤੇ ਮੂਹਰੇ ਹੱਡੀ ਪਾ ਦਿਓ ਉਹ ਅਸੀਂ ਚੱਟ ਲਈਏ, ਨਹੀਂ ਜੀ। ਸਾਨੂੰ ਮਾਣ ਇੱਜ਼ਤ ਜਿਹੜਾ ਸਾਨੂੰ ਦਿੱਤਾ ਸੀ 5 ਸਤੰਬਰ ਨੂੰ, ਸਾਨੂੰ ਉਹ ਵਾਪਸ ਚਾਹੀਦਾ। ਹੁਣ ਕਦੇ ਇਹ ਨਹੀਂ ਲੱਗਦਾ ਜਿਵੇਂ ਤੁਸੀਂ ਕਿਹਾ ਕਿ ਬਹੁਤ ਵਾਰੀ ਪੱਕੇ ਕਰਤਾ ਫਿਰ ਕੱਚੇ ਕਰ ਦਿੰਦੇ ਆ, ਕਿ ਕਿਤੇ ਇਹ ਨਹੀਂ ਲੱਗਦਾ ਕਿ ਯਾਰ ਇੰਨਾ ਪੜ੍ਹ ਲਿਖ ਕੇ ਵੀ ਜੇ ਆਹ ਕੁਝ ਕਰਨਾ ਸੀ, ਫਿਰ ਇੰਨਾ ਪੜ੍ਹਨ ਲਿਖਣ ਦਾ ਫਾਇਦਾ ਕੋਈ ਆ? 15 ਸਾਲ ਹੋ ਗਏ ਇੱਧਰ ਧੱਕੇ ਖਾਣ, ਫਾਇਦਾ ਕੀ ਹੋਇਆ ਸਾਡੀ ਪੜ੍ਹਾਈ ਦਾ? ਸਰ ਸਾਡਾ 골ਡਨ ਪੀਰੀਅਡ ਆ ਜਿਹੜਾ ਅਸੀਂ ਸਰਕਾਰਾਂ ਨੂੰ ਦੇ ਚੁੱਕੇ। ਅਸੀਂ ਜਦੋਂ 2008 ਵਿੱਚ ਇਸ ਮਹਿਕਮੇ 'ਚ ਆਏ ਸੀ, ਉਦੋਂ ਸਾਨੂੰ ਇਹ ਕਿਹਾ ਗਿਆ ਸੀ ਵੀ ਕਿ ਤੁਸੀਂ ਇੱਕ ਥੰਮੀ ਹੋ ਜਿਹੜਾ ਕਿ ਇਸ ਮਹਿਕਮੇ ਨੂੰ ਤੁਸੀਂ ਚੱਕ ਲਿਆ। ਇਹ ਮਹਿਕਮਾ ਨਹੀਂ ਪ੍ਰਾਈਵੇਟ ਸੈਕਟਰ ਦੇ ਹੱਥਾਂ ਵਿੱਚ ਜਾਂਦਾ ਸੀ, ਤੁਸੀਂ ਨੇ ਹੀ ਇਸ ਡੁੱਬਦੀ ਹੋਈ ਕਹਿੰਦੇ ਨੇ ਨਈਆ ਨੂੰ ਪਾਰ ਕੀਤਾ। ਅਸੀਂ ਨੇ ਈਵਨ ਕਿ ਅਸੀਂ ਬੱਚਿਆਂ ਨੂੰ ਖੁਦ ਸਕੂਲਾਂ 'ਚ ਨਵਾਇਆ। ਸਾਡੇ ਪਰਸਾਂ 'ਚ ਪੈਨ ਘੱਟ ਤੇ ਸਾਡੇ ਨੇਲ ਕਟਰਸ, ਸਾਬਣਾ, ਸ਼ੈਂਪੂ ਇਹ ਚੀਜ਼ਾਂ ਹੁੰਦੀਆਂ ਨੇ। ਅਸੀਂ ਬੱਚਿਆਂ ਨੂੰ ਸਕੂਲਾਂ 'ਚ ਨਵਾਉਂਦੇ ਵੀ ਰਹੇ ਹਾਂ, ਗਰਾਊਂਡ ਲੈਵਲ ਤੇ ਆ ਕੇ ਦੇਖਣ, ਸਾਡੇ ਕੰਮ ਨੂੰ ਆ ਕੇ ਦੇਖਣ। ਪਰ ਜਦੋਂ ਹਰੇਕ ਸਰਕਾਰ ਸਾਡੇ ਕੰਮ ਨੂੰ ਅਣਗੌਲਿਆ ਕਰ ਦਿੰਦੀ ਹੈ, ਫਿਰ ਸਾਡੇ ਕੋਲੇ ਮੈਂ ਕਹਿੰਦੀ ਆ ਜਾਂ ਤਾਂ ਸਾਡੇ ਕੋਲੇ ਸਲਫਾਸਾਂ ਨੇ ਜਾਂ ਫਿਰ ਮੈਂ ਕਹਿੰਦੀ ਆ ਸਾਰੇ ਅਸੀਂ ਤਾਂ ਇਕੱਠੇ ਅਸਤੀਫਾ ਲੈ ਲੈਣ ਸਾਡੇ ਤੋਂ। ਸਾਨੂੰ 11,000 ਦੇ ਰਹੀ ਹੈ ਸਰਕਾਰ, ਉਹ 11,000 ਵਾਪਸ ਲੈ ਲੇ ਜੇ ਇਹਨਾਂ ਦਾ ਖਜ਼ਾਨਾ ਭਰ ਜੇ। ਪਰ ਕਹਿੰਦੇ ਅਧਿਆਪਕ ਤਾਂ ਜਿਹੜੇ ਹੁੰਦੇ ਨੇ ਉਹ ਭਵਿੱਖ ਬਣਾਉਂਦੇ ਹੁੰਦੇ ਨੇ, ਆਉਣ ਵਾਲਾ ਭਵਿੱਖ ਜਿਹੜਾ ਹੈਗਾ ਬਣਦਾ ਆ। ਅਨਮੋਲ ਗਗਨ ਮਾਨ ਨੇ ਵੀ ਕਿਹਾ ਸੀ ਕਿ ਇਹ ਆਉਣ ਵਾਲੇ ਭਵਿੱਖ ਨੂੰ ਲਤਾੜਿਆ ਜਾ ਰਿਹਾ, ਤੇ ਜੇਕਰ ਅਧਿਆਪਕ ਆਉਣ ਵਾਲਾ ਭਵਿੱਖ ਜਿਹੜਾ ਬਣਾਉਂਦੇ ਨੇ ਉਹੀ ਕਹਿੰਦੇ ਨੇ ਕਿ ਅਸੀਂ ਸਲਫਾਸਾਂ ਖਾ ਲਈ, ਅਸੀਂ ਇਕੱਠੇ ਅਸਤੀਫਾ ਦੇ ਦਿਓ, ਫਿਰ ਭਵਿੱਖ ਬਣੂਗਾ ਕੀ? ਭਵਿੱਖ ਹੋਊ ਫਿਰ ਪੰਜਾਬ? ਸਰ ਦੇਖੋ ਜੀ, ਜੇ ਕਿਸੇ ਦੀ ਮਿਹਨਤ ਨੂੰ ਆਪਾਂ ਪੂਰਾ ਫਲ ਨਹੀਂ ਦੇਵਾਂਗੇ, ਜੇ ਮਿਹਨਤ ਦਾ ਫਲ ਨਹੀਂ ਪਾਵਾਂਗੇ, ਫਿਰ ਤਾਂ ਜੀ ਕੋਈ ਵੀ ਇਨਸਾਨ ਹੈ, ਮੈਂ ਕਹਿੰਦੀ ਹਾਂ ਤੁਸੀਂ ਹੋ, ਮੈਂ ਆ, ਕੋਈ ਵੀ ਇਨਸਾਨ ਹੈ, ਚਾਹੇ ਇਹਨਾਂ ਦੇ MLAs ਨੇ, ਜੇ ਆਪਣੀ ਮਿਹਨਤ ਦਾ ਫਲ ਹੀ ਨਹੀਂ ਮਿਲੂਗਾ ਫਿਰ ਬੰਦਾ ਕਿੱਧਰ ਜਾਊ? ਜਦੋਂ ਬੱਚੇ ਡਿਮਾਂਡਸ ਕਰਦੇ ਨੇ, ਰੈਗੂਲਰ ਟੀਚਰਸ ਦੇ ਬੱਚੇ ਨੇ ਦੇਖੋ ਜੀ 95,000 ਲੈਂਦੇ ਨੇ, ਉਹ ਆਪਣੀਆਂ ਕਹਿੰਦੇ ਹੁੰਦੇ ਨੇ ਮੂੰਹ ਮੰਗੀਆਂ ਡਿਮਾਂਡਸ ਪੂਰੀਆਂ ਕਰਦੇ ਨੇ। ਸਾਡੇ ਬੱਚੇ ਵੀ ਤਾਂ ਸਾਹਮਣੇ ਦੇਖਦੇ ਨੇ ਨਾ। 11,000 'ਚ ਅਸੀਂ ਫੀਸ ਭਰ ਲਾਂਗੇ, ਘਰ ਦਾ ਖਰਚ ਚਲਾਵਾਂਗੇ, ਕੀ ਕਰਾਂਗੇ ਅਸੀਂ? ਤੁਸੀਂ ਇਹਨਾਂ ਨੂੰ ਦੇਖੋ, ਤੁਸੀਂ 11,000 ਲੈ ਕੇ ਤੁਸੀਂ ਆਪਣਾ ਘਰ ਦਾ ਖਰਚਾ ਕਰ ਲੋਗੇ? ਸ਼ੁਰੂਆਤ ਤਾਂ ਨਹੀਂ 11,000 ਤੋਂ ਹੋਈ ਸੀ? ਸਰ ਉਹ ਸ਼ੁਰੂਆਤ ਹੋਈ ਸੀ 2500 3500। ਉਹ ਬਸ ਜੀ ਜਿਵੇਂ ਜੀ ਲੋਕ ਵੋਟਾਂ, ਹਰੇਕ ਸਰਕਾਰ ਆਉਂਦੀ ਵੋਟਾਂ ਦਾ ਲਾਲਚ ਦੇ ਕੇ ਸਾਨੂੰ ਜਿਤਾ ਦਿਓ, ਸਾਨੂੰ 1000 ਰੁਪਇਆ 2000 ਰੁਪਇਆ ਬਸ ਇਹ ਕਹਿ ਕੇ ਸਾਨੂੰ ਚੁੱਪ ਕਰਾਇਆ ਜਾਂਦਾ ਸੀ। ਫਿਰ 5 ਸਾਲ ਲਈ ਅਸੀਂ ਫਿਰ ਧੱਕੇ ਖਾਂਦੇ ਰਹਿੰਦੇ। ਹੋਰ ਸਰਕਾਰ ਦੀ ਜਿੱਤ ਦੀਆਂ ਵਧਾਈਆਂ ਦਿੰਦੇ ਦਿੰਦੇ ਸਾਨੂੰ ਆਹ ਟਾਈਮ ਆ ਗਿਆ ਜੀ, ਆਹ ਦਿਨ ਦੇਖਣੇ ਪੈ ਗਏ ਵੀ ਸਾਨੂੰ ਜਿਹੜੀ ਤੀਜੀ ਸਰਕਾਰ ਹੈ ਇਹਨੇ ਤਾਂ ਸਾਡੇ ਨਾਲ ਕੋਝਾ ਮਜ਼ਾਕ ਕੀਤਾ। ਇਹ ਮੈਂ ਕਹਿੰਦੀ ਆ ਕਿਸੇ ਨਾਲ ਵੀ ਨਾ ਹੋਵੇ। ਜੀ ਪ੍ਰਧਾਨ ਜੀ, ਇੱਕ ਗੱਲ ਦੱਸਿਓ, ਬਦਲਾ ਸਭ ਤੋਂ ਵੱਡਾ ਨਾਰਾ ਸੀ, ਬਦਲਾ ਦੇ ਕਿਵੇਂ ਲੱਗਿਆ ਬਦਲਾ? ਸਭ ਤੋਂ ਪਹਿਲਾਂ ਇਹਦੇ ਤੇ ਸਵਾਲ। ਬਦਲਾਅ ਤੁਸੀਂ ਦੇਖ ਹੀ ਲਿਆ ਜੀ, ਬਦਲਾਅ ਹੋਇਆ ਆ ਤੁਹਾਡੇ ਸਾਹਮਣੇ ਵਾਹਨ ਹੈ, ਵਾਹਨ ਦੇ ਵਿੱਚ ਕੁੜੀਆਂ ਸਾਡੀਆਂ ਜਨਾਨੀਆਂ ਧੀਆਂ ਭੈਣਾਂ ਘੜੀਸ ਕੁੱਟੀਆਂ ਨੇ। ਇਹ ਬਦਲਾਅ ਹੈ ਭਗਵੰਤ ਮਾਨ ਸਿੰਘ ਸਰਕਾਰ ਦਾ। ਇੰਨੀ ਉਮੀਦ ਲੈ ਕੇ ਅਸੀਂ ਸਰਕਾਰ ਬਣਾਈ ਸੀ। ਤਕਰੀਬਨ ਜਿੰਨੇ ਮੇਰੇ ਸਾਥੀ ਪਿੱਛੇ ਖੜੇ ਨੇ ਸਾਰਿਆਂ ਨੇ ਮਿਹਨਤ ਕਰਕੇ ਨਾਲ ਦਿਨ ਰਾਤ ਨਾਲ ਕਰਕੇ ਜਿਹੜੇ ਇਹਨਾਂ ਨੂੰ ਜਿਤਾਇਆ। ਜਿੱਥੋਂ ਕਿ ਮੇਰੀ ਆਪਦੀ ਵੀ ਗੱਲ ਕਰਦਾ, ਸਾਨੂੰ ਇਹ ਸੀ ਵੀ ਜੇ ਆਪ ਸਰਕਾਰ ਨਾ ਆਈ ਤਾਂ ਅਸੀਂ ਸਸਪੈਂਡ ਹੋਵਾਂਗੇ ਜਾਂ ਡਿਸਮਿਸ ਹੋਵਾਂਗੇ, ਕਿਉਂਕਿ ਅਸੀਂ ਖੁਦ ਕੰਮ ਕੀਤਾ ਗਰਾਊਂਡ ਲੈਵਲ ਤੇ ਜੀ। ਜਦੋਂ ਇੱਥੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਕਰਕੇ 2 ਜਣਿਆਂ ਨੂੰ ਨੋਟਿਸ ਆਇਆ ਕਿ ਟੈਂਕੀ ਤੇ ਬੈਠੇ ਤੁਹਾਡੇ ਅੱਕੇ ਭੈਣ ਖੜੀ ਹੈ। ਜਦੋਂ ਕੇਜਰੀਵਾਲ ਆ ਕੇ ਕਈ ਜਿਹੜੇ ਅਧਿਆਪਕ ਸੀ ਉਹਨੂੰ ਕਹਿੰਦੇ ਸੀ ਆ ਜਾ ਭੈਣੇ ਮੈਂ ਤੇਰਾ ਭਰਾ ਹਾਂ, ਉਦੋਂ ਵੀਡੀਓ ਵਾਇਰਲ ਹੁੰਦੀਆਂ ਸੀ। ਕੀ ਲੱਗਦਾ ਨਹੀਂ ਕਿ ਉਹ ਵੀਡੀਓ ਤੇ ਆਹ ਵੀਡੀਓ ਦੇ ਵਿੱਚ ਫਿਰ ਫਰਕ ਕੀ ਹੈ? ਜਦੋਂ ਆਪ ਦੂਜਿਆਂ ਦੀ ਸਰਕਾਰ ਸੀ ਉਦੋਂ ਇਹ ਸਰਕਾਰ ਵੀਡੀਓ ਵੀ ਵਾਇਰਲ ਕਰ ਲੈਂਦੀ ਸੀ, ਤੇ ਹੁਣ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਤਾਂ ਗੁੱਸਾ ਵੀ ਆ ਗਿਆ, ਫਿਰ ਨੋਟਿਸ ਵੀ ਜਾਰੀ ਹੋ ਗਏ। ਬਿਲਕੁਲ ਜੀ ਬਿਲਕੁਲ। ਇਹ ਜਿਹੜੇ ਇਹਨਾਂ ਨੋਟਿਸ ਕੱਢਿਆ ਜੀ, ਬਿਲਕੁਲ ਇਹਨਾਂ ਤੇ ਉਲਟਾ ਪਰਚੇ ਦਰਜ ਹੋਣੇ ਚਾਹੀਦੇ ਨੇ। ਵੀ ਤੁਸੀਂ ਇੱਕ ਤਾਂ ਬੋਰਡ ਵੀ ਲਾਏ ਆ, ਤੁਸੀਂ ਖੁਦ ਟੈਂਕੀਆਂ ਤੋਂ ਸਾਨੂੰ ਉਤਾਰਿਆ, ਟੈਂਕੀਆਂ ਉਤਾਰ ਕੇ ਤੁਹਾਨੂੰ ਕਹਿੰਦੇ ਸੀ ਵੀ ਅਸੀਂ ਪੱਕੇ ਕਰਾਂਗੇ। ਪੱਕੇ ਦੇ ਨਾਂ ਤੇ ਹੁਣ ਜੇ ਕਿ ਅਸੀਂ ਆਵਾਜ਼ ਉਠਾਉਂਦੇ ਆ, ਅਸੀਂ ਸੋਸ਼ਲ ਮੀਡੀਆ ਤੇ ਜਾਂ ਕਿਸੇ ਗਰੁੱਪ 'ਚ ਇੱਕ ਆਪਦੀ ਆਵਾਜ਼ ਦੂਜੇ ਭਰਾਵਾਂ ਨਾਲ ਸ਼ੇਅਰ ਕਰਦੇ ਆ, ਉਹਨੂੰ ਤੁਸੀਂ ਉਲਟੇ ਨੋਟਿਸ ਕੱਢ ਰਹੇ ਹੋ। ਇਹ ਕਿੱਥੋਂ ਦਾ ਇਨਸਾਫ ਹੈ? ਪਹਿਲਾਂ ਆਪਣੇ ਖੁਦ ਦੇਖੋ, ਤੁਸੀਂ ਹਰ ਚੀਜ਼ ਪਬਲਿਕਲੀ ਸ਼ੇਅਰ ਕਰਦੇ ਹੋ, ਫੇਸਬੁੱਕ ਤੇ ਸ਼ੇਅਰ ਕਰਦੇ ਹੋ, ਗਰਾਊਂਡ ਲੈਵਲ ਤੇ ਰਿਐਲਿਟੀ ਉਸ ਦੀ ਜ਼ੀਰੋ ਹੈ। ਕੋਈ ਵੀ 87-36 ਦੇ ਬੋਰਡ ਲਾਇਆ, ਮੈਨੂੰ ਲੱਗਦਾ ਵੀ ਉਹੀ ਜੇ ਸਾਨੂੰ ਸਾਰਿਆਂ ਨੂੰ ਜੇ ਦਿੰਦੇ ਜਿੰਨੇ ਬੋਰਡ ਲੱਗੇ ਆ ਤਾਂ ਮੈਨੂੰ ਲੱਗਦਾ ਵੀ ਫੁੱਲ ਗ੍ਰੇਡ 'ਚ ਅਸੀਂ ਸਾਰੇ ਰੈਗੂਲਰ ਹੋ ਜਾਂਦੇ। ਬੋਰਡਾਂ ਦਾ ਖਰਚਾ ਤੁਹਾਡੇ ਤੇ ਕਿਵੇਂ ਲੱਗ ਰਿਹਾ ਜੀ? ਕਿਵੇਂ ਆਨੰਦ ਆ ਰਿਹਾ ਜਿਵੇਂ ਵੀ ਹੁਣ ਤੁਸੀਂ ਬੈਠੇ ਹੋ ਧਰਨੇ ਦੇ ਰਹੇ ਹੋ ਬਦਲਾਅ ਵਾਲਾ? ਦੇਖੋ ਆਨੰਦ ਤਾਂ ਕਾਹਦਾ ਆ ਰਿਹਾ ਜੀ, ਫਸੇ ਬੈਠੇ ਆ ਅਸੀਂ ਤਾਂ, ਮਜਬੂਰੀ ਆ। ਉਹ ਵੀ ਵਿਚਾਰਾ ਉੱਤੇ ਫਸਿਆ ਬੈਠਾਗਾ, ਇਹ ਕਿਹੜਾ ਕਿਸੇ ਦੀ ਮਜਬੂਰੀ ਹੈ, ਤਾਂ ਸਾਡੀ ਬਣ ਚੁੱਕੀ ਆ। ਪਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਇੱਕ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜਿਹੜੀ ਅਸੀਂ ਇਹ ਜੰਗ ਛੇੜੀ ਆ ਨਾ,
ਇਹ ਅਸੀਂ ਇਹ ਸਮਝਦੇ ਹਾਂ, ਅਸੀਂ ਕਿਸਾਨੀ ਅੰਦੋਲਨ ਵੀ ਲੜਿਆ ਪਹਿਲਾਂ। ਠੀਕ ਹੈ। ਸਾਰੀਆਂ ਭਰਾਤਰੀ ਜਥੇਬੰਦੀਆਂ ਸਾਡੇ ਨਾਲ ਹੈ। ਇਹ ਅਸੀਂ ਜੰਗ ਜੋਸ਼ ਨਾਲ ਨਹੀਂ ਲੜ ਰਹੇ, ਇਹ ਅਸੀਂ ਹੋਸ਼ ਨਾਲ ਲੜ ਰਹੇ ਹਾਂ। ਸਾਨੂੰ ਪਤਾ ਹੈ ਸਾਡਾ ਕੰਮ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੋਈ ਐਸੀ ਮੰਗ ਮਨਵਾਉਣੀ ਚਾਹੁੰਦੇ ਹੋਈਏ ਵੀ ਜਿਹੜੀ ਪੋਸੀਬਲ ਨਾ ਹੋਵੇ। ਸਾਡੀ ਮੰਗ ਉਹ ਹੈ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਪੂਰੇ ਪੰਜਾਬ, ਗੁਜਰਾਤ, ਹਿਮਾਚਲ ਤੱਕ ਆਪਣੇ ਗੁਣਗਾਨ ਗਾਏ ਕਿ ਮੈਂ 8736 ਅਧਿਆਪਕ ਪੱਕੇ ਕਰਤੇ ਆ। ਉਹ ਮੰਗ ਅਸੀਂ ਪੂਰੀ ਕਰਵਾ ਕੇ ਹੀ ਰਹਾਂਗੇ, ਜੋਸ਼ ਨਾਲ ਨਹੀਂ ਹੋਸ਼ ਨਾਲ। ਤੇ ਪੜ੍ਹਿਆ ਵਿਚਾਰ ਲੈਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਸਿੱਖਿਆ ਮੰਤਰੀ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਬੁਲਾ ਕੇ ਸਾਡੀ ਯੂਨੀਅਨ ਨਾਲ ਮੀਟਿੰਗ ਕੀਤੀ ਜਾਵੇ, ਸਾਡਾ ਹੱਲ ਕੀਤਾ ਜਾਵੇ। ਅਸੀਂ ਹੱਲ ਚਾਹੁੰਦੇ ਹਾਂ। ਜੇ ਅਸੀਂ ਸੰਗਰੂਰ ਦੇ ਵਿੱਚ, ਮੈਂ ਵੀ ਸੰਗਰੂਰ ਤੋਂ ਹਾਂ, ਜੇ ਅਸੀਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਸੀ, ਉਸ ਟਾਈਮ ਸੁਖਦੇਵ ਸਿੰਘ ਢੀਂਡਸਾ ਦੇ ਮਤਲਬ ਅਗੇਂਸਟ ਖੜੇ ਸੀ, MP ਹੁੰਦੇ ਸੀ, MP ਇਲੈਕਸ਼ਨ ਛੋਟੇ ਹਾਥੀ ਤੇ ਆਉਂਦੇ ਹੁੰਦੇ ਸੀ। ਅਸੀਂ ਆਪਣੇ ਹੱਥਾਂ ਨਾਲ 2500 ਰੁਪਈਆ ਪਿੰਡ ਆਉਂਦਿਆਂ ਨੂੰ ਫੰਡ ਫੜਾਇਆ ਹੋਇਆ, ਜਿਹੜਾ ਇਹਨਾਂ ਨੇ ਜੇਬਾਂ 'ਚ ਪਾਇਆ ਹੋਇਆ। ਅਸੀਂ ਪਾਰਟੀ ਸਟੈਂਡ ਕੀਤੀ ਆ। ਇਹ ਨਹੀਂ ਕੋਈ ਕਹਿ ਸਕਦੇ ਹੈਗੇ ਵੀ ਅਸੀਂ ਕੌਣ ਆ, ਅਸੀਂ ਸਰਕਾਰ ਬਣਾਉਣ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਹੋਈ ਆ। ਪਰ ਅੱਜ ਜਿਹੜਾ ਸਾਡੇ ਨਾਲ ਇੱਥੇ ਸਾਡੀਆਂ ਧੀਆਂ ਭੈਣਾਂ ਨਾਲ ਸਲੂਕ ਹੋਇਆਗਾ ਨਾ, ਇਹ ਬਹੁਤ ਜ਼ਿਆਦਾ ਨਿੰਦਣਯੋਗ ਆ, ਜਿਹਦੀ ਕਿ ਪੂਰੇ ਪੰਜਾਬ ਦੇ ਵਿੱਚ ਭਰਾਤਰੀ ਜਥੇਬੰਦੀਆਂ ਸਾਡੇ ਨਾਲ ਨੇ, ਡਟ ਕੇ ਨਾਲ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਐਕਸ਼ਨ ਕਰਾਂਗੇ ਤਾਂ ਉਹਦੀ ਕੋਈ 19-21 ਹੁੰਦੀ ਆ, ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਇਹ ਜ਼ਿੰਮੇਵਾਰ ਨੇ, ਕਿਉਂਕਿ ਇੱਥੇ ਬੈਠਣ ਲਈ ਮਜਬੂਰ ਇਹਨਾਂ ਨੇ ਕੀਤਾ ਹੋਇਆਗਾ ਸਾਨੂੰ। ਠੀਕ ਹੈ ਜੀ। ਕੀ ਲੱਗਦਾ ਬਾਈ ਜੀ ਫਿਰ ਤੁਸੀਂ ਆਵਾਜ਼ ਦੀ ਗੱਲ ਕਰੀ ਆ, ਹਾਲੇ ਤੱਕ ਆਵਾਜ਼ ਜਿਹੜੀ 2 ਕਿਲੋਮੀਟਰ ਦੂਰ ਤੱਕ ਹਾਲੇ ਤੱਕ ਪਹੁੰਚੀ ਕਿਉਂ ਨਹੀਂ? ਪਹੁੰਚੀ ਨਹੀਂ ਜਾਂ ਦੇਖ ਕੇ ਅਣਗੌਲਿਆਂ ਕੀਤਾ ਜਾ ਰਿਹਾ, ਆਵਾਜ਼ ਸੁਣ ਕੇ ਅਣਗੌਲਿਆਂ ਕੀਤਾ ਜਾ ਰਿਹਾ? ਦੇਖੋ, ਆਵਾਜ਼ ਸੁਣ ਕੇ ਅਣਗੌਲਿਆ ਸਰਕਾਰਾਂ ਦੇ ਕੰਮ ਉਹੀ ਹੁੰਦੇ ਨੇ। ਅਸੀਂ ਸਰਕਾਰ ਇਹ ਕਿਉਂ ਚੁਣੀ ਆ ਵੀ ਪਹਿਲੀਆਂ ਸਰਕਾਰਾਂ ਤੋਂ ਅਸੀਂ ਅੱਕੇ ਹੋਏ ਸੀ, ਇਹ ਸਰਕਾਰ ਚੁਣ ਲਈ ਆ ਅਸੀਂ। ਸਾਨੂੰ ਇਹ ਸੀ ਵੀ ਸਾਡੇ ਨਾ ਸੁਪਨਿਆਂ ਦੀ ਸਰਕਾਰ ਆ ਗਈ, ਵੀ ਸਾਨੂੰ ਤਾਂ ਬਹੁਤ ਜਲਦੀ ਅਸੀਂ ਰੈਗੂਲਰ ਹੋਣ ਜਾ ਰਹੇ ਹਾਂ। ਤੇ ਵਾਅਦੇ ਮੁਤਾਬਕ ਇਹਨਾਂ ਨੇ ਜੋ ਕੀਤਾ ਉਹ ਕੀਤਾ ਵੀ। ਉਹ ਕਰਕੇ ਬਿਲਕੁਲ ਲਾਸਟ ਪੁਆਇੰਟ ਤੇ ਆ ਕੇ ਜਿਹੜਾ ਸਾਡੇ ਨਾਲ ਭਗਵੰਤ ਮਾਨ ਜੀ ਇੱਕ ਨਾ ਕਮੇਡੀਅਨ ਨੇ, ਸਾਨੂੰ ਕਿਤੇ ਨਾ ਕਿਤੇ ਸਾਰੇ ਇਹ ਕਹਿੰਦੇ ਨੇ ਵੀ ਤੁਹਾਡੇ ਨਾਲ ਯਾਰ ਮਜ਼ਾਕ ਹੋ ਗਿਆ ਬਹੁਤ ਵੱਡਾ, ਟੀਚਰ ਹੋ ਗਈ ਸਾਡੇ ਨਾਲ। ਇਹ ਟੀਚਰ ਆ ਜਿਹੜੀ ਨਾ, ਇਹ ਟੀਚਰ ਨੇ ਸਾਡੇ, ਮੈਨੂੰ ਇੰਨਾ ਲੱਗਦਾ ਕਿ ਵੀ ਸਾਡੇ ਨਾਲ ਦੇ ਸਾਥੀ ਮਾਨਸਿਕ ਤੌਰ ਤੇ ਇੰਨੇ ਟੁੱਟ ਚੁੱਕੇ ਨੇ ਵੀ ਜੇ ਕੋਈ ਊਣਤਾ ਹੀ ਹੁੰਦੀ ਆ, ਕੋਈ ਮਤਲਬ ਘਟਨਾ ਹੋ ਜਾਂਦੀ ਆ ਤਾਂ, ਕਿਉਂਕਿ ਮਨ ਦੇ ਵਿੱਚ ਬਹੁਤ ਜ਼ਿਆਦਾ ਦਰਦ ਆ। ਤੁਸੀਂ ਮੈਡਮ ਦੇਖੇ ਨੇ, ਭਾਵੁਕ ਹੋ ਗਏ ਸੀ। ਤੇ ਇਹੀ ਕਾਰਨ ਹੈ ਜੀ, ਮਤਲਬ ਅਸੀਂ ਫਿਰ ਵੀ ਚਾਹੁੰਦੇ ਆ ਵੀ ਸਾਡਾ ਹੱਲ ਕੀਤਾ ਜਾਵੇ। ਸਾਨੂੰ ਟੈਂਕੀਆਂ ਤੇ ਬੈਠਣ ਦਾ ਸ਼ੌਕ ਨਹੀਂ। ਅੱਗੇ ਜਦੋਂ ਅਧਿਆਪਕਾਂ ਦੇ ਡਾਂਗ ਵਰਦੀ ਸੀ ਪਿਛਲੀਆਂ ਸਰਕਾਰਾਂ 'ਚ, ਵੀਡੀਓ ਜਾਰੀ ਹੋ ਜਾਂਦੀ ਸੀ ਭਗਵੰਤ ਸਿੰਘ ਮਾਨ ਵੱਲੋਂ, ਉਹਨਾਂ ਤੋਂ ਵੀ ਦਰਦ ਨਹੀਂ ਝੱਲਿਆ ਜਾਂਦਾ ਸੀ। ਉਹਨਾਂ ਦੇ ਜਿਹੜੇ ਹੁਣ ਮੰਤਰੀ ਨੇ, ਉਦੋਂ ਜਿਹੜੇ ਲੀਡਰ ਸੀ, ਉਹਨਾਂ ਤੋਂ ਵੀ ਦਰਦ ਨਹੀਂ ਝੱਲਿਆ ਜਾਂਦਾ ਸੀ। ਕੀ ਗੱਲ ਵੀ ਹੁਣ ਤਾਂ ਡਾਂਗ ਬੜੀ ਨੇੜੇ ਵੜੀ, ਅੱਗੇ ਤਾਂ ਪਟਿਆਲੇ ਵਰਦੀ ਸੀ ਜਾਂ ਚਮਕੌਰ ਸਾਹਿਬ ਵਰਦੀ ਸੀ ਜਾਂ ਬਾਦਲ ਵਰਦੀ ਸੀ, ਹੁਣ ਤਾਂ ਜਮਾ ਨੇੜੇ ਵੜੀ ਆ। ਹੁਣ ਉਹ ਮਤਲਬ ਵੀਡੀਓ ਕਿਉਂ ਨਹੀਂ ਆਈਆਂ ਤੁਹਾਡੇ ਹਿਸਾਬ ਨਾਲ? ਪਤਾ ਨਹੀਂ ਜੀ, ਹੁਣ ਪਤਾ ਨਹੀਂ ਤਾਂ ਦਰਦ ਨਹੀਂ ਹੈਗਾ ਉਹਨਾਂ ਨੂੰ ਕੋਈ। ਸਰਕਾਰ 'ਚ ਜਦੋਂ ਬੰਦਾ ਹੁੰਦਾਗਾ ਉਦੋਂ ਸ਼ਾਇਦ ਕੋਈ ਧੌਣ 'ਚ ਕੀਲਾ ਵੀ ਆ ਜਾਂਦਾ ਹੋਵੇ, ਵੀ ਡਿਕਟੇਟਰਸ਼ਿਪ ਆ ਜਾਂਦੀ ਹੋਵੇ ਕਿਤੇ ਨਾ ਕਿਤੇ। ਠੀਕ ਹੈ, ਹੁਣ 92 MLA ਨੇ, ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤਿੱਖਾ ਐਕਸ਼ਨ ਕਰਨ ਲਈ ਮਜਬੂਰ ਹੋਣਾ ਪੈਣਾਗਾ। ਅਸੀਂ ਕੋਈ ਐਦਾਂ ਦਾ ਐਕਸ਼ਨ ਰੱਖਾਂਗੇ। ਕਿਸਾਨੀ ਅੰਦੋਲਨ 'ਚ ਵੀ ਅਸੀਂ ਗਏ ਹੋਏ ਹਾਂ, ਬੈਠੇ ਹੋਏ ਹਾਂ, ਉਹ ਵੀ ਜਿੱਤ ਕੇ ਆਏ ਹੋਏ ਹਾਂ। ਅਸੀਂ ਕਿਸਾਨਾਂ ਦੇ ਬੱਚੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਐਸਾ ਐਕਸ਼ਨ ਕਰਾਂਗੇ। 92 MLA ਨੇ, ਮੁੱਖ ਮੰਤਰੀ ਸਾਹਿਬ 92ਵੇਂ 91 ML ਦਾ ਸਮੇਤ ਮੁੱਖ ਮੰਤਰੀ ਸਾਹਿਬ ਅਸੀਂ ਘਰਾਓ ਕਰਾਂਗੇ, ਪਿੰਡਾਂ 'ਚ ਸਵਾਲ ਪੁੱਛਾਂਗੇ। ਸਾਰੇ ਕੇਡਰ ਨੂੰ ਅਸੀਂ ਕਹਾਂਗੇ ਵੀ ਜਿੱਥੇ ਵੜਦੇ ਨੇ ਵੀਡੀਓ ਬਣਾਓ, ਸਵਾਲ ਪੁੱਛੋ ਇਹਨਾਂ ਤੋਂ ਵੀ ਸਾਡੇ ਭਾਈ ਬੋਰਡ ਲਗਾਏ ਸੀ, ਤੁਸੀਂ ਪੱਕੇ ਕਿਉਂ ਨਹੀਂ ਕੀਤਾ ਹੈਗਾ। ਇਹ ਕਲੀਅਰ ਕੱਟ ਗੱਲ ਆ। ਇਹ ਪੜਿਆ ਵਿਚਾਰ ਲੈਣ ਆਪਦਾ, ਤੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਤਿੱਖਾ ਸੰਘਰਸ਼ ਕਰਾਂਗੇ ਤਾਂ ਇਹਨਾਂ ਦੀ ਵਜ੍ਹਾ ਨਾਲ ਤੇ ਸਾਡਾ ਹੱਲ ਕੀਤਾ ਜਾਵੇ। ਨਹੀਂ, ਤੁਸੀਂ ਕਿਹਾ ਕਿ ਸ਼ਾਇਦ ਧੌਣ ਦੇ ਵਿੱਚ ਕਿੱਲਾ ਆ ਗਿਆ ਹੋਣਾ, ਪਰ ਹਰੇਕ ਸਪੀਚ ਦੇ ਵਿੱਚ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਮੇਰੀ ਧੌਣ ਦੇ ਵਿੱਚ ਕਿੱਲਾ ਨਹੀਂ ਆ ਸਕਦਾ, ਮੈਂ ਮਸ਼ਹੂਰ ਹੋਣ ਤੋਂ ਬਾਅਦ ਇਸ ਕੁਰਸੀ ਤੇ ਆ ਕੇ ਬੈਠਾ, ਮੇਰੀ ਧੌਣ 'ਚ ਕਿੱਲਾ ਕਿਵੇਂ ਆ ਜੀ? ਇਹ ਤਾਂ ਸਾਨੂੰ ਪ੍ਰਸ਼ਾਸਨ ਤੋਂ ਗੱਲਬਾਤ ਕਰਦੇ ਆ ਨਾ। ਆਖੇ ਟੈਂਕੀ ਤੇ ਚੜੇ ਨੇ, ਤਾਂ ਟੈਂਕੀ ਤੇ ਚੜੇ ਉਹ ਇਹ ਮੰਨਦੇ ਨੇ ਵੀ ਮੇਰੀ ਧੌਣ ਤੇ ਗੋਡਾ ਰੱਖ ਕੇ ਕੋਈ ਮੀਟਿੰਗ ਨਹੀਂ ਲੈ ਸਕਦਾ ਹੈਗਾ। ਜਦੋਂ 9 ਮਹੀਨੇ ਨਿਕਲ ਚੁੱਕੇ ਸੀ, ਸਾਨੂੰ ਮੀਟਿੰਗ ਵੈਸੇ ਦਿੱਤੀ ਹੋਈ ਨਹੀਂ ਗਈ ਪਹਿਲਾਂ। ਜਦੋਂ ਅਸੀਂ ਮੁੱਖ ਮੰਤਰੀ ਜਾਂ EM ਸਾਹਿਬ ਨਾਲ ਮੀਟਿੰਗ ਕਰਦੇ ਸੀ, ਬਹੁਤ ਜਲਦ ਬ੍ਰਦਰ, ਬਹੁਤ ਜਲਦ ਕੰਮ ਹੋ ਰਿਹਾ, ਬਹੁਤ ਜਲਦ ਤੋਂ ਬਿਨਾਂ ਤੀਜਾ ਸ਼ਬਦ ਨਹੀਂ ਪਤਾ ਲੱਗਿਆ ਸਾਨੂੰ। ਕੋਈ ਡੇਟ ਨਹੀਂ, ਅਸੀਂ ਕਹਿੰਦੇ ਸੀ ਕੋਈ ਡੇਟ ਦੱਸੋ ਜਿਸ ਦਿਨ ਸਾਨੂੰ ਆਰਡਰ ਦਿਓਗੇ। ਹੁਣ ਸਾਡਾ ਇੱਥੇ ਆਉਣਾ ਮਜਬੂਰੀ ਬਣ ਗਈ ਸੀ। ਹੁਣ ਕਹਿ ਰਹੇ ਨੇ ਮਤਲਬ ਵੀ ਧੌਣ ਤੇ, ਫਿਰ ਅਸੀਂ ਮੰਨਾਂਗੇ ਵੀ ਧੌਣ 'ਚ ਕਿੱਲਾਗਾ। ਪ੍ਰਧਾਨ ਜੀ, ਇੱਕ ਸਵਾਲ ਰਹਿ ਗਿਆ ਸੀ ਥੋੜਾ ਜਿਹਾ, ਉਹ ਬੜਾ ਖਾਸ ਸਵਾਲ ਆ, ਉਹ ਮਾਨ ਸਾਹਿਬ ਨਾਲ ਰਿਲੇਟਡ ਵੀ ਹੈ। ਉਹ ਕਹਿੰਦੇ ਮੈਂ ਖੁਦ ਮਾਸਟਰ ਦਾ ਮੁੰਡਾ ਹਾਂ, ਮੈਨੂੰ ਪਤਾ ਹੈ ਮਾਸਟਰਾਂ ਦੇ ਦਰਦ ਕੀ ਹੁੰਦੇ ਆ। ਫਿਰ ਕੀ ਲੱਗਿਆ ਤੁਹਾਨੂੰ, ਲੱਗ ਗਿਆ ਪਤਾ ਦਰਦ ਉਹਨਾਂ ਨੂੰ? ਵੈਸੇ ਤਾਂ ਸਾਰੇ ਪੰਜਾਬ ਦੇ ਸਾਹਮਣੇ ਆ ਚੁੱਕਾ ਜੀ ਕਿੰਨਾ ਕੁ ਦਰਦ ਹੈਗਾ। ਤੇ ਜਿਹੜੀ ਗੱਲਬਾਤ ਜੋ ਹੋਣੀ ਚਾਹੀਦੀ ਹੈ ਕਿ ਦੇਖੋ, ਗੱਲ ਦਾ ਹੱਲ ਨਿਕਲਣਾ ਟੇਬਲ ਟਾਕ ਤੇ। ਜੇ ਅਸੀਂ ਬੈਠਾਂਗੇ ਫੇਰ ਹੀ ਹੋਊਗਾ। ਜੇ ਅਸੀਂ ਸਾਨੂੰ ਮਜਬੂਰ ਕਰੀ ਜਾਣਗੇ ਜਾਂ ਸਾਨੂੰ ਕਹਿਣਗੇ ਭਾਈ ਕੋਈ ਗੱਲ ਨਹੀਂ, ਇਹਨਾਂ ਨੂੰ ਮਤਲਬ ਇਗਨੋਰ ਕਰਨਗੇ, ਤਾਂ ਫਿਰ ਹੱਲ ਕਿਵੇਂ ਨਿਕਲੂਗਾ? ਸੋ
ਮੈਨੂੰ ਤਾਂ ਲੱਗ ਨਹੀਂ ਰਿਹਾ ਕਿ ਜੇ ਕੋਈ ਆਪਾਂ, ਕਿਉਂਕਿ ਗੱਲ ਵੀ ਹੋਈ ਸੀਗੀ ਤੇ ਵੀ ਦੱਸਿਆ ਗਿਆ ਵੀ ਮੈਂ ਇਸ ਪਰਿਵਾਰ ਨਾਲ ਬਿਲੋਂਗ ਨਾ, ਜੇ ਹੁੰਦੇ ਤਾਂ ਵੈਸੇ ਇੱਥੋਂ ਤੱਕ ਗੱਲ ਜਾਣੀ ਨਹੀਂ ਸੀ ਚਾਹੀਦੀ। ਹੁਣ ਅਗਲਾ ਰਣਨੀਤੀ ਕੀ ਆ? ਤੁਸੀਂ ਕਿਹਾ ਕਿ ਜਿਵੇਂ ਬਾਈ ਨੇ ਵੀ ਕਿਹਾ ਕਿ ਮੀਟਿੰਗ ਜਿਹੜੀ ਕਿਸੇ ਨਾ ਕਿਸੇ ਸਾਨੂੰ ਮਿਲਣੀ ਚਾਹੀਦੀ ਆ, ਟੇਬਲ ਟਾਕ ਦੀ ਗੱਲ ਤੁਸੀਂ ਵੀ ਕੀਤੀ ਆ, ਕੋਈ ਗੱਲਬਾਤ ਹੋਈ ਆ? ਅਗਲੀ ਰਣਨੀਤੀ ਕੀ ਹੈ? ਦੇਖੋ, ਸਾਨੂੰ ਉਸ ਦਿਨ ਜਿਹੜੀ 1 ਤਰੀਕ ਨੂੰ ਜੋ ਕੁਝ ਹੋਇਆ, ਉਸ ਤੋਂ ਬਾਅਦ ਸਾਨੂੰ ਮੀਟਿੰਗ ਦਿੱਤੀ ਗਈ। ਅਸੀਂ ਮੀਟਿੰਗ ਮੰਗਦੇ ਰਹੇ ਸੀਐਮ ਸਾਹਿਬ ਨਾਲ ਹੀ, ਹੁਣ ਵੀ ਸਾਡੀ ਡਿਮਾਂਡ ਹੈ ਕਿ ਸਾਡਾ ਉਹਨਾਂ ਕੋਲ ਹੀ ਹੱਲ ਹੋਣਾ, ਕਿਉਂਕਿ ਸਿੱਖਿਆ ਮੰਤਰੀ ਸਾਹਿਬ ਕਿਤੇ ਨਾ ਕਿਤੇ ਸਾਨੂੰ ਇਹ ਗੱਲ ਕਹਿ ਚੁੱਕੇ ਸੀਗੇ ਕਿ ਜਿਹੜਾ ਹੁਣ ਸੀਐਮ ਸਾਹਿਬ ਜਦੋਂ ਸਮਾਂ ਦੇਣਗੇ ਤਾਂ ਤੁਹਾਡੇ ਆਰਡਰ ਤੁਹਾਨੂੰ ਦਿੱਤੇ ਜਾਣਗੇ। ਸੋ ਪਰ ਉਹਨਾਂ ਨੇ ਚਲੋ ਸਾਨੂੰ ਸੀਐਮ ਸਾਹਿਬ ਦੀ ਮੀਟਿੰਗ ਨਹੀਂ ਦਿੱਤੀ। ਸੀਐਮ ਆਫਿਸ ਦੀ ਸਾਨੂੰ 10 ਤਰੀਕ ਦੀ ਮੀਟਿੰਗ ਮਿਲੀ ਹੋਈ ਹੈ, ਸੋਮਵਾਰ ਦੀ। ਉਮੀਦ ਕਰਦੇ ਹਾਂ ਕਿ ਉਹਦੇ ਵਿੱਚ ਇਹੋ ਜਿਹੇ ਅਫਸਰ ਸਾਡੇ ਨਾਲ ਬਹਿਣ ਜਿਹੜੇ ਸਾਡਾ ਹੱਲ ਕੱਢਣ, ਕਿਉਂਕਿ ਅਸੀਂ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹੀ ਸੀ ਮੀਟਿੰਗ ਦਿਵਾਉਣੀ ਆ ਤਾਂ ਇਹੋ ਜਿਹੇ ਸਾਡੀ ਕੋਈ ਇਹ ਸਾਡੀ ਐ ਨਹੀਂ ਆ ਕਿ ਫੋਟੋ ਖਿਚਾਉਣ ਦੇ ਸ਼ੌਂਕ ਹੈ ਵੀ ਸਾਨੂੰ ਸੀਐਮ ਸਾਹਿਬ ਨਾਲ ਹੀ ਮੀਟਿੰਗ ਚਾਹੀਦੀ ਹੈ। ਨੋ, ਸਾਡਾ ਜਿੱਥੇ ਹੱਲ ਹੋਣਾ ਸਾਡੀ ਮੀਟਿੰਗ ਉੱਥੇ ਹੋਵੇ। ਸੋ ਜੇ ਉਹਦੇ ਵਿੱਚ ਕੋਈ ਹੱਲ ਹੋਊਗਾ ਤਾਂ ਠੀਕ ਆ, ਨਹੀਂ ਤਾਂ ਸਾਡੀ ਅੱਜ ਅਸੀਂ ਮੀਟਿੰਗ ਸੱਦੀ ਹੋਈ ਆਪਦੀ ਸਟੇਟ ਕਮੇਟੀ ਦੀ, ਅਸੀਂ ਅਗਲੀ ਰਣਨੀਤੀ ਇੱਥੇ ਤੈਅ ਕਰਾਂਗੇ ਕਿ ਜੇ ਸੰਘਰਸ਼ ਨੂੰ ਹੋਰ ਵੀ ਤਿੱਖਾ ਰੂਪ ਦੇਣਾ ਪਿਆ ਤਾਂ ਜ਼ਰੂਰ ਦਿੱਤਾ ਜਾਊਗਾ। ਇਹ ਇੱਕ ਗੱਲ ਹੈ, ਮਤਲਬ ਇੱਕ ਸਵਾਲ ਰਹਿ ਗਿਆ ਸੀ ਵੀ ਇੱਕ ਔਰਤ ਆ, ਉਹਦੇ ਘਰ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ, ਨਾਲ ਤੁਹਾਡੇ ਤੇ ਡਿਊਟੀ ਦੀ ਜ਼ਿੰਮੇਵਾਰੀ ਹੈ। ਤੀਜਾ ਜਿਹੜਾ ਹੁਣ ਤੁਹਾਨੂੰ ਧਰਨੇ ਲਾਉਣੇ ਪੈ ਰਹੇ, ਇਹ ਮਤਲਬ ਕਿੰਨਾ ਕੁ ਪਰੇਸ਼ਾਨੀ ਆਉਂਦੀ ਹੈ ਇਹਨਾਂ ਚੀਜ਼ਾਂ ਸਾਰੀਆਂ ਦੀ? ਪਰੇਸ਼ਾਨੀ ਤਾਂ ਦੇਖੋ ਸਰ ਬਹੁਤ ਹੈ। ਪਹਿਲਾਂ ਅਸੀਂ ਸਵੇਰੇ ਮਤਲਬ ਕਿ ਸਾਰੇ ਘਰ ਦੇ ਕੰਮ ਸਿਮਟਾ ਕੇ ਸਕੂਲ ਵੀ ਜਾਣਾ ਹੁੰਦਾ ਹੈ। ਸਕੂਲ ਦੇ ਵਿੱਚ ਫਿਰ ਉਹ ਜਿਹੜੇ ਬੱਚੇ ਵਿਚਾਰੇ ਬਿਲਕੁਲ ਹੀ, ਆਪਾਂ ਨੂੰ ਪਤਾ ਹੈਗਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਅਮੀਰ ਘਰਾਂ ਦੇ ਬੱਚੇ ਤਾਂ ਆਉਂਦੇ ਨਹੀਂ, ਉਹ ਬਿਲਕੁਲ ਹੀ ਹੇਠਲੇ ਦਬਕੇ ਦੇ ਬੱਚੇ ਆਉਂਦੇ ਨੇ। ਅਸੀਂ ਉਹਨਾਂ ਨੂੰ ਪੜ੍ਹਾਉਣਾ ਹੁੰਦਾ ਤੇ ਉਹਨਾਂ ਪ੍ਰਤੀ ਸਾਡੇ ਫਰਜ਼ ਨੇ ਜਿਹੜੇ ਉਹ ਪੂਰੇ ਕਰਨੇ ਹੁੰਦੇ ਨੇ, ਤੇ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਅਸੀਂ ਚਾਹੁੰਦੇ ਹਾਂ ਵੀ ਸੀਐਮ ਸਾਹਿਬ ਸਾਡਾ ਹੱਲ ਕਰਨ ਤੇ ਅਸੀਂ ਇੱਜ਼ਤ ਮਾਣ ਨਾਲ ਸਕੂਲਾਂ 'ਚ ਆਪਣੀ ਵਾਪਸੀ ਕਰ ਸਕੀਏ।